ਡੀਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਰੀਮਾ। ਸਮਾਜ ਦਾ ਧੁਰਾ, ਘਰ ਦੀ ਸ਼ੋਭਾ, ਮਾਂ, ਭੈਣ, ਪਤਨੀ, ਧੀ, ਵੱਖੋ ਵੱਖਰੇ ਰੂਪਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਇਹ ਔਰਤ। ਪੁਰਾਣੇ ਵੇਲਿਆਂ ਤੋਂ ਲੈ ਕੇ ਅੱਜ ਦੇ ਸਮਿਆਂ ਤੱਕ ਤਰੱਕੀ ਦੇ ਰਾਹ ਤੇ ਜਦੋਂ ਇਨਸਾਨ ਤੁਰਿਆ ਤਾਂ ਔਰਤ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰੀ। ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਂਭੀਆਂ, ਬਾਹਰ ਵੀ ਮੱਲਾਂ ਮਾਰੀਆਂ। ਇਸ ਔਰਤ ਨੇ ਹਰ ਉਹ ਕੰਮ ਕੀਤਾ ਜੋ ਮਰਦਾਂ ਨੇ ਵੀ ਕੀਤਾ ਹੈ। ਕਹਿੰਦੇ ਨੇ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸ ਔਰਤ ਨੇ ਹਰ ਤਰ੍ਹਾਂ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਤੇ ਆਪਣੇ ਆਪ ਨੂੰ ਢਾਲਿਆ ਵੀ ਸਮੇਂ ਦੇ ਮੁਤਾਬਕ। ਪਰ ਕੀ ਸੱਚਮੁੱਚ ਔਰਤ ਆਜ਼ਾਦ ਹੈ? ਕੀ ਅਜੋਕੇ ਸਮਾਜ ਦੇ ਵਿੱਚ ਉਹਨੂੰ ਉਹ ਸਭ ਮਿਲ ਰਿਹਾ ਜੋ ਉਹਨੂੰ ਮਿਲਣਾ ਚਾਹੀਦਾ ਸੀ? ਉਹਦੇ ਹੱਕ, ਹਕੂਕ ਜਾਂ ਫਿਰ ਆਜ਼ਾਦੀ ਕਿਤੇ ਉਹਦੇ ਤੋਂ ਵਾਂਝੀ ਤਾਂ ਨਹੀਂ ਰਹਿ ਗਈ? ਇਸੇ ਕਰਕੇ ਗੱਲਾਂ ਤੇ ਗੀਤ ਦੇ ਵਿੱਚ ਸਾਡਾ ਅੱਜ ਦਾ ਵਿਸ਼ਾ ਹੈ ਅਜੋਕੇ ਸਮਾਜ ਦੇ ਵਿੱਚ ਔਰਤ ਦਾ ਸਥਾਨ। ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਸਾਡੇ ਮਾਹਰ ਮਹਿਮਾਨ ਡਾਕਟਰ ਗੁਰਚਰਨ ਕੌਰ ਖੋਚਰ ਹੋਰਾਂ ਨੂੰ, ਜਿਨ੍ਹਾਂ ਨੇ ਬਹੁਤ ਹੀ ਮੱਲਾਂ ਮਾਰੀਆਂ ਨੇ ਸਾਹਿਤ ਦੇ ਵਿੱਚ। ਇਸ ਦੇ ਨਾਲ ਹੀ ਉਹ ਨੈਸ਼ਨਲ ਅਵਾਰਡੀ ਵੀ ਨੇ ਤੇ ਪੰਜਾਬੀ ਇਸਤਰੀ ਸਭਾ ਦੇ ਪ੍ਰਧਾਨ ਵੀ ਨੇ ਤੇ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਗੇ। ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ। ਬਹੁਤ ਸ਼ੁਕਰੀਆ ਮੈਡਮ ਤੁਹਾਡਾ ਵੀ ਜੀ, ਤੁਸੀਂ ਮੈਨੂੰ ਬੁਲਾਇਆ ਇੱਥੇ। ਹਾਂਜੀ ਜੀ, ਤੇ ਜੇ ਗੱਲ ਕਰੀਏ ਅਸੀਂ ਅਜੋਕੇ ਸਮੇਂ ਦੇ ਵਿੱਚ ਔਰਤ ਦਾ ਜੋ ਸਥਾਨ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਸੱਚੀ ਮੁੱਚੀ ਔਰਤ ਨੂੰ ਉਹਦਾ ਰੁਤਬਾ, ਉਹ ਸਥਾਨ ਮਿਲ ਚੁੱਕਾ ਹੈ? ਹਾਂਜੀ ਰੀਮਾ ਜੀ, ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਜਵਾਬ ਹੈ ਉਹ ਆਪਣੇ ਦੋ ਸ਼ੇਰਾਂ ਨਾਲ ਸ਼ੁਰੂ ਕਰਦੀ ਹਾਂ ਜੀ। ਕੱਲ ਤੱਕ ਅਕਸਰ ਲੋਕੀ ਜਿਸ ਨੂੰ ਅਬਲਾ ਅਬਲਾ ਕਹਿੰਦੇ ਸੀ, ਕੱਲ ਤੱਕ ਅਕਸਰ ਲੋਕੀ ਜਿਸ ਨੂੰ ਅਬਲਾ ਅਬਲਾ ਕਹਿੰਦੇ ਸੀ, ਉਹ ਅੰਬਰਾਂ ਨੂੰ ਛੂ ਆਈ ਹੈ ਉਹੀ ਅਬਲਾ ਨਾਰੀ ਵੇਖ। ਗਿਣਤੀ ਮਿੰਤੀ ਕੁਝ ਨਹੀਂ ਹੁੰਦੀ, ਗਿਣਤੀ ਮਿੰਤੀ ਕੁਝ ਨਹੀਂ ਹੁੰਦੀ, ਕਾਮਯਾਬ ਇੱਕ ਘੁੱਗੀ ਲਈ ਕਿਉਂ ਗਿਣਦਾ ਹੈ ਖੰਭ ਇਸ ਤੇ, ਇਸ ਦੀ ਬਸ ਉਡਾਰੀ ਵੇਖ, ਇਸ ਦੀ ਬਸ ਉਡਾਰੀ ਵੇਖ। ਤੋ ਰੀਮਾ ਜੀ, ਮੈਂ ਦੱਸਣਾ ਚਾਹਾਂਗੀ ਕਿ ਅਜੋਕੇ ਯੁੱਗ ਵਿੱਚ ਜਿਹੜੀ ਔਰਤ ਹੈ ਉਹ ਘਰ ਦੀਆਂ ਜ਼ਿੰਮੇਵਾਰੀਆਂ ਤੱਕ ਹੀ ਉਹ ਸੀਮਤ ਨਹੀਂ ਰਹੀ, ਬਲਕਿ ਉਹ ਹੁਣ ਆਪਣੇ ਜ਼ਿੰਦਗੀ ਨਾਲ ਜੁੜੇ ਹਰ ਖੇਤਰ ਦੇ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਦੇ ਨਾਲ ਬਹੁਤ ਹੀ ਖੂਬਸੂਰਤ, ਬਹੁਤ ਹੀ ਸੋਹਣੀਆਂ, ਬਹੁਤ ਹੀ ਵਿਲੱਖਣ ਪੈੜਾਂ ਪਾ ਰਹੀ ਹੈ। ਉਹ ਡਾਕਟਰ ਹੈ, ਇੰਜੀਨੀਅਰ ਹੈ, ਪ੍ਰੋਫੈਸਰ ਹੈ, ਵਕੀਲ ਹੈ, ਪਾਇਲਟ ਹੈ, ਉਹ ਆਪਣਾ ਆਰਮੀ ਔਰ ਪੁਲਿਸ ਦੇ ਵਿੱਚ ਬਹੁਤ ਉੱਚੀਆਂ ਪੋਸਟਾਂ 'ਤੇ ਹੈ, ਸਾਡੀ ਅੰਬੈਸਡਰ ਵੀ ਹੈ। ਔਰ ਉਹਦੇ ਨਾਲ ਨਾਲ ਜਿਹੜੀ ਹੈਗੀ ਉਹ ਜਿਹੜਾ ਵੀ ਕੋਈ ਸੂਈ ਤੋਂ ਲੈ ਕੇ ਹਵਾਈ ਜਹਾਜ਼ ਬਣਾਉਣ ਤੱਕ ਦੇ ਕਾਰਖਾਨਿਆਂ ਵਿੱਚ ਉਹ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਸਰੋਜਨੀ ਨਾਇਡੂ ਹੈ, ਸਾਡੇ ਆਪਣਾ ਡਾਕਟਰ ਅਰੁਣਾ ਅਸਫਲ ਜੀ ਹੈ, ਝਾਂਸੀ ਦੀ ਰਾਣੀ ਲਕਸ਼ਮੀਬਾਈ ਜੀ ਹੈ, ਉਹਨਾਂ ਨੇ ਸਾਡੇ ਦੇਸ਼ ਦੇ ਵੰਡ ਦੇ ਵਿੱਚ ਜਦੋਂ ਆਜ਼ਾਦੀ ਲੈਣੀ ਸੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਜਿਹੜੀ ਔਰਤ ਹੈ ਉਹ ਇੰਦਰਾ ਗਾਂਧੀ ਦੇ ਰੂਪ 'ਚ ਪ੍ਰਾਈਮ ਮਿਨਿਸਟਰ ਬਣੀ ਜੀ। ਔਰਤ ਹੀ ਸ਼੍ਰੀਮਤੀ ਪ੍ਰਤਿਭਾ ਦੇਵੀ ਪਾਟਲ ਦੇ ਰੂਪ ਵਿੱਚ ਦੇਸ਼ ਦੀ ਰਾਸ਼ਟਰਪਤੀ ਬਣੀ। ਔਰ ਔਰਤ ਹੀ ਹੈ ਜਿਹੜੀ ਕਿ ਮੀਰਾ ਕੁਮਾਰ ਸੁਮਿਤਰਾ ਮਹਾਨ ਦੇ ਰੂਪ ਵਿੱਚ ਉਹ ਲੋਕ ਸਭਾ ਦੇ ਸਪੀਕਰ ਵੀ ਬਣੇ ਆ ਜੀ। ਔਰ ਇਸ ਤਰ੍ਹਾਂ ਕਲਪਨਾ ਚਾਵਲਾ, ਸੁਨੀਤਾ ਵਿਲੀਅਮਸ ਦੇ ਰਾਹੀਂ ਉਹ ਅੰਬਰਾਂ ਦੀ ਤਾਰੂ ਬਣੀ। ਠੀਕ ਹੈ, ਆਪਣੀ ਪੀਟੀ ਊਸ਼ਾ ਹੈ, ਪੀਵੀ ਸੰਧੂ ਹੈ, ਸਾਡੀ ਸਾਨੀਆ ਮਿਰਜ਼ਾ ਹੈ, ਸਾਇਨਾ ਨੇਹਵਾਲ ਹੈ, ਔਰ ਸਾਡੀਆਂ ਕਿੰਨੀਆਂ ਹੀ ਹੋਰ ਜਿਹੜੀਆਂ ਖਿਡਾਰਨਾਂ ਨੇ ਉਹ ਖੇਡ ਜਗਤ 'ਚ ਉਹਨਾਂ ਨੇ ਇੱਕ ਨਾਮਣਾ ਖੱਟਿਆ। ਤੋ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਹੈ, ਜੇ ਆਪਾਂ ਵਧੀਆ ਵਪਾਰੀ ਵੀ ਹੈ, ਵਧੀਆ ਖਿਲਾੜੀ ਵੀ ਹੈ, ਵਧੀਆ ਖਿਡਾਰੀ ਵੀ ਹੈ ਤੇ ਵਧੀਆ ਲੇਖਿਕਾ ਵੀ ਹੈ। ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰੀਏ ਤਾਂ ਉਹਦੀ ਜਿਹੜੀ ਬਿੰਦਾਸ ਕਲਮ ਹੈ ਜੀ, ਉਸ ਨੇ ਉਸ ਸਮੇਂ ਦੀ ਜਿਹੜੀ ਸੀਗੀ ਪਿਤਰਕ ਸੋਚ ਉਸ ਨੂੰ ਵੰਗਾਰਿਆ। ਉਸ ਤੋਂ ਬਾਅਦ ਸਾਡੀ ਪ੍ਰਭਜੋਤ ਕੌਰ, ਦਲੀਪ ਕੌਰ ਟਿਵਾਣਾ, ਇਸ ਤਰ੍ਹਾਂ ਡਾਕਟਰ ਵਿਨੀਤਾ ਹੈ, ਮਨਜੀਤ ਇੰਦਰਾ ਹੈ, ਅਰਪਿੰਦਰ ਸੰਧੂ ਹੈ, ਗੁਰਚਰਨ ਕੌਰ ਖੋਚਰ, ਸੁਖਿੰਦਰ ਅੰਮ੍ਰਿਤ ਹੈ। ਇੱਦਾਂ ਬਹੁਤ ਸਾਰੀਆਂ ਜਿਹੜੀਆਂ ਕਵਿਤਰੀਆਂ ਨੇ, ਸਾਡੀਆਂ ਲੇਖਕਾਵਾਂ ਨੇ, ਉਹਨਾਂ ਨੇ ਪੂਰੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਉਹ ਬਣਾ ਚੁੱਕੀਆਂ ਨੇ। ਤੋ ਔਰਤ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ। ਉਹ ਹਰ ਖੇਤਰ ਦੇ ਵਿੱਚ ਸਫਲਤਾ ਦੀ ਪੌੜੀ ਦੇ ਉਹਨੇ ਸਿਖਰ ਨੂੰ ਛੂਹਿਆ। ਹੁਣ ਪਿੱਛੇ ਜੇ PCS ਦੇ ਰਿਜ਼ਲਟਸ ਆਏ, ਉਹਦੇ ਵਿੱਚ ਸਾਡੀਆਂ ਅਗਲੀਆਂ ਲੜਕੀਆਂ ਅੱਗੇ ਗਈਆਂ। ਜੇਕਰ ਕੋਈ ਐਕੈਡੈਮਿਕ ਰਿਜ਼ਲਟਸ ਆ ਰਹੇ ਨੇ, ਉਹਦੇ ਵਿੱਚ ਸਾਡੀਆਂ ਜਿਹੜੀਆਂ ਕੁੜੀਆਂ ਮੋਹਰੀ ਨੇ। ਹੁਣ ਪਿੱਛੇ ਜੇ ਵੀ ਆਪਣਾ ਜਿਹੜਾ ਇੱਕ ਰਾਸ਼ਟਰੀ ਪੱਧਰ ਤੇ ਹੋਇਆ ਤਾਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਨੇ 4 ਮੈਡਲ ਲੈ ਕੇ ਆਈਆਂ ਨੇ ਬਾਕਸਿੰਗ ਵਿੱਚ। ਇਸੇ ਤਰ੍ਹਾਂ ਸੋਨੇ ਦਾ ਤਗਮਾ ਲੈ ਕੇ ਆਈਆਂ ਨੇ ਉਹ ਜਿਹੜੀ ਬਾਸਕਟਬਾਲ ਵਿੱਚ। ਸੋ ਔਰਤ ਜਿਹੜੀ ਹੈ ਉਹ ਹਰ ਖੇਤਰ ਦੇ ਵਿੱਚ ਅੱਗੇ ਵਧ ਰਹੀ ਹੈ। ਹੈਰਾਨੀਜਨਕ ਉਹਦੀਆਂ ਸਿਰਫ ਮੌਰ ਪ੍ਰਾਪਤੀਆਂ ਨੇ। ਪਰ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਰੀਮਾ ਜੀ, ਅੱਜ ਵੀ ਜੋ ਔਰਤ ਨੂੰ ਸਤਿਕਾਰ, ਜੋ ਮਾਣ, ਜੋ ਰੁਤਬਾ, ਜੋ ਸਥਾਨ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਮਿਲਣਾ ਚਾਹੀਦਾ ਹੈ,
ਉਹ ਅੱਜ ਵੀ ਉਸ ਨੂੰ ਨਹੀਂ ਮਿਲ ਰਿਹਾ, ਔਰ ਅੱਜ ਵੀ ਉਸ ਨੂੰ ਦੁਜਾਲਾ ਸਥਾਨ ਹੈ, ਔਰਤ ਨੂੰ ਦੂਜੀ ਔਰਤ ਹੀ ਸਮਝਿਆ ਜਾਂਦਾ ਹੈ। ਚਾਹੇ ਹਸਬੈਂਡ ਉਹਨਾਂ ਦੇ ਮਤਲਬ ਉਹ ਬਾਹਰ ਬਹੁਤ ਵਧੀਆ ਅਹੁਦਿਆਂ ਤੇ ਹੈ, ਪਰ ਜਦੋਂ ਘਰ ਵਿੱਚ ਆ ਉਹ ਇੱਕ ਆਮ ਔਰਤ ਦੀ ਤਰ੍ਹਾਂ ਹੈ। ਸੋ ਇਹ ਜਿਹੜੀ ਸਾਡੀ ਸਥਿਤੀ ਹੈ ਨਾ, ਇਹ ਅੱਜ ਉੱਦਾਂ ਬਹੁਤ ਵਧੀਆ ਹਰ ਪ੍ਰਾਪਤੀ ਹੈ ਉਹਦੇ ਵਿੱਚ, ਤੇ ਇਹ ਸਾਰਾ ਕੁਝ ਜਿਹੜਾ ਪਿੱਛੇ ਕੁਝ ਵੀ ਸੀ ਉਹਨੂੰ ਛੱਡ ਕੇ ਇਹ ਅੱਗੇ ਵਧੀ ਹੈ। ਤੇ ਇਸ ਤਰ੍ਹਾਂ ਅੱਜ ਦੀ ਜਿਹੜੀ ਔਰਤ ਹੈਗੀ ਹੈ ਇਹ ਬਹੁਤ ਮਹਾਨ ਹੈ। ਇਹ ਵੱਖਰੀ ਗੱਲ ਹੈ ਕਿ ਉਹਨੂੰ ਰੁਤਬਾ ਨਹੀਂ ਮਿਲਿਆ, ਪਰ ਇਹ ਸੱਚਾਈ ਤਾਂ ਹੈ ਕਿ ਸੱਚਾਈ ਤਾਂ ਸੱਚਾਈ ਸੀ ਜੋ ਸਾਵੇਂ ਆ ਗਈ ਆਖਰ। ਜੀ, ਸੱਚਾਈ ਤਾਂ ਸੱਚਾਈ ਸੀ ਜੋ ਸਾਵੇਂ ਆ ਗਈ ਆਖਰ, ਉਹ ਝੂਠੇ ਦੀ ਵਕਾਲਤ ਨੂੰ ਉਹ ਝੂਠਾ ਪਾ ਗਈ ਆਖਰ। ਦਬਾ ਕੇ ਨਾਰ ਨੂੰ ਰੱਖਿਆ ਚਿਰਾਨੇ ਮਰਦ ਨੇ ਐ ਪਰ, ਦਬਾ ਕੇ ਨਾਰ ਨੂੰ ਰੱਖਿਆ ਮਰਦ ਨੇ ਚਿਰਾਂ ਤੋਂ ਬੇਸ਼ੱਕ, ਮਗਰ ਫਿਰ ਵੀ ਉਹ ਹਰ ਖੇਤਰ 'ਚ ਹਰ ਥਾਂ ਛਾ ਗਈ ਆਖਰ, ਮਗਰ ਫਿਰ ਵੀ ਉਹ ਹਰ ਖੇਤਰ 'ਚ ਹਰ ਥਾਂ ਛਾ ਗਈ ਆਖਰ। ਬਿਲਕੁਲ ਜੀ, ਖੇਤਰ ਕੋਈ ਵੀ ਹੋਵੇ ਔਰਤ ਹਮੇਸ਼ਾ ਛਾਂਦੀ ਰਹੀ ਹੈ। ਪਰ ਜੇ ਪੁਰਾਣੇ ਵੇਲਿਆਂ ਤੋਂ ਲੈ ਕੇ ਅੱਜ ਦੇ ਸਮਿਆਂ ਦੀ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਤੁਹਾਡੇ ਹਿਸਾਬ ਦੇ ਨਾਲ ਅੰਦਰ ਆਇਆ, ਕਿਉਂਕਿ ਉਸ ਪੜਾਅ ਤੋਂ ਲੰਘਦਿਆਂ ਔਰਤ ਨੇ ਬੜੇ ਸੰਘਰਸ਼ ਕੀਤੇ ਨੇ। ਹਾਂਜੀ, ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ, ਕਿਉਂਕਿ ਸਾਨੂੰ ਪੁਰਾਤਨ ਜਿਹੜੇ ਪੁਰਾਣੇ ਸਮਿਆਂ ਦੀ ਸਥਿਤੀ ਔਰ ਹੁਣ ਦੀ ਜਿਹੜੀ ਉਹਦੇ 'ਚ ਪਤਾ ਲੱਗਣਾ ਚਾਹੀਦਾ ਕਿ ਕਿੰਨਾ ਕੁ ਫਰਕ ਆਇਆ ਜੀ। ਤਾਂ ਮੈਂ ਰੀਮਾ ਜੀ ਦੱਸਣਾ ਚਾਹਾਂਗੀ ਕਿ ਔਰਤ ਦੀ ਜ਼ਿੰਦਗੀ ਵਿੱਚ ਸਿਰਫ ਵੈਦਿਕ ਕਾਲ ਦਾ ਹੀ ਇੱਕ ਸਮਾਂ ਅਜਿਹਾ ਸੀ ਜੀ ਜਦੋਂ ਕਿ ਔਰਤ ਨੂੰ ਜਿਹੜਾ ਬਰਾਬਰ ਸਮਝਿਆ ਜਾਂਦਾ ਸੀ, ਔਰ ਕੋਈ ਵੀ ਯੱਗ ਜਿਹੜਾ ਸੀ ਔਰਤ ਦੀ ਜਿਹੜੀ ਉਹਦੇ ਵਿੱਚ ਸ਼ਮੂਲੀਅਤ ਤੋਂ ਬਿਨਾਂ ਸੰਪੂਰਨ ਹੀ ਨਹੀਂ ਮੰਨਿਆ ਜਾਂਦਾ ਸੀ। ਤੇ ਇਸੇ ਤਰ੍ਹਾਂ ਔਰਤ ਨੂੰ ਆਪਣਾ ਵਰ, ਆਪਣਾ ਜੀਵਨ ਸਾਥੀ ਆਪ ਚੁਣਨ ਦੀ ਇਜਾਜ਼ਤ ਸੀ, ਤੇ ਉਸ ਵੇਲੇ ਉਹ ਅਧਿਕਾਰ ਸਾਰੇ ਔਰਤ ਨੂੰ ਮਿਲੇ ਸੀ ਜਿਹੜੇ ਕਿ ਮਰਦ ਨੂੰ ਸਨ। ਪਰ ਜਦੋਂ ਉਸ ਤੋਂ ਬਾਅਦ ਮਨੂ ਮਹਾਰਾਜ ਜੀ ਦਾ ਸਮਾਂ ਆਇਆ ਤਾਂ ਮਨੂ ਸਿਮਰਤੀਆਂ ਵਿੱਚ ਸਾਨੂੰ ਲੱਗਦਾ ਹੈ ਕਿ ਔਰਤ ਦੇ ਨਾਲ ਬਹੁਤ ਉਹਦੇ ਸਤਿਕਾਰ 'ਚ ਨਿਗਾਰ ਆਇਆ। ਉਹਨੂੰ ਕਮੀਨੀ ਕਿਹਾ ਜਾਣ ਲੱਗਿਆ, ਉਹਨੂੰ ਸਪਨੀ ਕਿਹਾ ਜਾਣ ਲੱਗਾ, ਉਹਨੂੰ ਪੈਰ ਦੀ ਜੁੱਤੀ ਕਿਹਾ, ਗਿੱਟਿਆਂ 'ਚ ਮੱਤ ਕਿਹਾ, ਖੁਰੀ 'ਚ ਮੱਤ ਕਿਹਾ। ਔਰ ਇੱਥੋਂ ਤੱਕ ਇੱਕ ਕਥਨ ਵੀ ਕੱਢਿਆ ਗਿਆ ਤੁਲਸੀਦਾਸ ਜੀ ਵੱਲੋਂ, ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਇਹ ਪਾਂਚੋਂ ਤਾੜਨ ਕੇ ਅਧਿਕਾਰੀ। ਸੋ ਉਸ ਵੇਲੇ ਉਹਦਾ ਦਰਜਾ ਸਿਰਫ ਸੀ ਪਸ਼ੂ ਵਾਲਾ। ਜਦੋਂ ਉਸ ਤੋਂ ਬਾਅਦ ਮੁਗਲ ਕਾਲ ਦਾ ਸਮਾਂ ਆਇਆ ਤੇ ਮੁਗਲ ਕਾਲ ਨੇ ਜਿਹੜੇ ਮਨੂ ਮਹਾਰਾਜ ਦੀਆਂ ਲੀਹਾਂ ਸੀ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ। ਸਤਕਾਰ ਤਾਂ ਪਹਿਲਾਂ ਹੀ ਘੱਟ ਸੀ, ਜਦੋਂ ਕੁੜੀਆਂ ਨੂੰ ਜੰਮਣ ਤੋਂ ਬਾਅਦ ਹੀ ਮਾਰਨ ਲੱਗ ਗਏ। ਜਦੋਂ ਬੱਚੇ ਜੰਮਣੇ ਤਾਂ ਉਹਨੂੰ ਜਾਂ ਤਾਂ ਉਹਦਾ ਗਲਾ ਘੁੱਟ ਦੇਣਾ, ਜਾਂ ਫਿਰ ਉਹਨੂੰ ਮੰਜੀ ਦੇ ਪੈਰ ਦੇ ਪਾਵੇ ਥੱਲੇ ਦਬਾ ਕੇ ਮਾਰ ਦੇਣਾ, ਜਾਂ ਫਿਰ ਕੀ ਕਰਨਾ ਜਨਮ ਘੁੱਟੀ ਦੇ ਵਿੱਚ ਜ਼ਹਿਰ ਮਿਲਾ ਕੇ ਦਾਈ ਨੂੰ ਕਹਿਣਾ ਇਹਨੂੰ ਇਹ ਪਿਲਾ ਦੇ, ਜਾਂ ਫਿਰ ਕੀ ਕਰਨਾ ਸ਼ਹਿਦ ਲੈ ਕੇ ਉਹਦੇ 'ਚ ਜ਼ਹਿਰ ਮਿਲਾ ਕੇ ਉਹ ਜਿਹੜਾ ਸ਼ਹਿਦ ਚਟਾ ਦਿੱਤਾ ਜਾਂਦਾ ਸੀ। ਜਦੋਂ ਇਹ ਸਾਰੇ ਹੀਲੇ ਵਸੀਲੇ ਕਰਦੇ ਸੀ, ਇਹ ਢੰਗ ਤਰੀਕੇ ਅਪਣਾਉਂਦੇ ਸੀ ਕੁੜੀ ਨੂੰ ਮਾਰਨ ਦੇ, ਪਰ ਫਿਰ ਵੀ ਉਹ ਵਰਤਿਆ ਨਾ ਜਾ ਸਕਦਾ, ਕਾਮਯਾਬ ਨਾ ਹੁੰਦੇ, ਤਾਂ ਫਿਰ ਉਹ ਕੀ ਕਰਦੇ, ਕੁੜੀ ਨੂੰ ਘੜੇ ਵਿੱਚ ਪਾ ਕੇ ਉਹਦੇ ਉੱਤੇ ਇੱਕ ਚੱਪਣੀ ਰੱਖ ਦਿੰਦੇ, ਚੱਪਣੀ ਦੇ ਉੱਤੇ ਗੁੜ ਦੀ ਡੱਲੀ ਰੱਖਦੇ ਔਰ ਇੱਕ ਪੂਣੀ ਰੱਖਦੇ, ਤੇ ਉਸ ਘੜੇ ਨੂੰ ਵਹਿੰਦੇ ਪਾਣੀ ਵਿੱਚ ਜਦੋਂ ਉਹ ਵਹਾਉਂਦੇ, ਉਹਨੂੰ ਰੇੜਦੇ ਤੇ ਘੜੇ ਨੂੰ, ਤੇ ਉਹ ਬੋਲਦੇ ਗੁੜ ਖਾਵੀਂ ਤੇ ਪੂਣੀ ਕੱਤੀ, ਆਪ ਨਾ ਵੀ ਵੀਰੇ ਨੂੰ ਕੱਤੀ। ਸੋ 1 ਮਿੰਟ ਵੀਰੇ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਦੇਖੋ ਆਪਾਂ ਨਾਥ ਜੋਗੀਆਂ ਦਾ ਸਾਹਿਤ ਪੜ੍ਹਦੇ ਹਾਂ, ਔਰ ਨਾਥ ਜੋਗੀਆਂ ਦੇ ਸਾਹਿਤ ਦੇ ਵਿੱਚ ਵੀ ਸਾਨੂੰ ਔਰਤ ਪ੍ਰਤੀ ਦ੍ਰਿਸ਼ਟੀਕੋਣ ਦਾ ਪਤਾ ਲੱਗਦਾ ਹੈ ਗੋਰਖਨਾਥ ਦੀਆਂ ਕਾਵ ਸਤਰਾਂ 'ਚੋਂ। ਉਸ ਵੇਲੇ ਉਹਨੂੰ ਬਘਿਆੜੀ ਕਿਹਾ ਹੋਇਆ, ਬਾਗਨ ਕਿਹਾ ਗਿਆ, ਤੇ ਉਹਨਾਂ ਨੇ ਲਿਖਿਆ ਹੈ ਬਿੰਦ ਲੈ ਜਿੰਦ ਲੈ ਬਿੰਦ ਲੈ ਬੰਧਨ, ਜਿਹੜੀ ਹੈ ਨਾ, ਬਾਗਨ ਮੇਰੀ ਜਿੰਦ ਲੈ ਬਾਗਨ ਮੇਰੀ ਬਿੰਦ ਲੈ, ਬਾਗਨ ਹਮਰੀ ਕਾਇਆ, ਇਹ ਬਾਗਨ ਤ੍ਰੈ ਲੋਈ ਖਾਈ ਬੰਧਿਤ ਗੋਰਖ ਰਾਇਆ। ਤੋ ਇਸ ਦਾ ਮਤਲਬ ਬਾਗਨੀ ਹੈ ਕਿ ਉਹ ਜਿਹੜੀ ਮੇਰੇ ਸਾਰਾ ਕੁਝ ਮੈਨੂੰ ਬੰਦ ਕੇ ਰੱਖਿਆ ਹੋਇਆ ਵਾ। ਤੇ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਤਾਂ ਮਤਲਬ ਜਿਹੜੇ ਪੁਰਾਤਨ ਜਿਹੜਾ ਸੀਗਾ ਸਾਡਾ ਸਮਾਂ, ਉਹਦੇ ਵਿੱਚ ਰੂੜੀਵਾਦੀ ਜਿਹੜੇ ਸੋਚ ਤਹਿਤ ਇਹੋ ਜਿਹੀਆਂ ਪਰੰਪਰਾਵਾਂ, ਇਹੋ ਜਿਹੀਆਂ ਰਸਮਾਂ ਰਿਵਾਜ ਜਿਹੜੇ ਉਹ ਐਸਟੈਬਲਿਸ਼ ਹੋਏ, ਜਿਹਦੇ ਸਾਡੀਆਂ ਬਹੁਤ ਸਾਰੀਆਂ ਪ੍ਰਚਲਿਤ ਜਿਹੜੀਆਂ ਨੇ, ਬਹੁਤ ਸਾਰੀਆਂ ਸਾਡੀਆਂ ਹੈ, ਜਿਵੇਂ ਸਤੀ ਪ੍ਰਥਾ ਹੈ, ਦਾਜ ਪ੍ਰਥਾ ਹੈ, ਪਰਦਾ ਪ੍ਰਥਾ ਹੈ, ਬਾਲ ਵਿਆਹ ਹੈ, ਇਸੇ ਤਰ੍ਹਾਂ ਜਿਹੜੇ ਵਿਧਵਾ ਵਿਆਹ ਤੇ ਰੋਕ ਹੈ, ਉਸ ਤੋਂ ਬਾਅਦ ਘਰੇਲੂ ਹਿੰਸਾ, ਵੇਸ਼ਵਾਗਮਨ, ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਪ੍ਰਚਲਿਤ ਸਨ। ਉਸ ਵੇਲੇ ਔਰਤ ਨੂੰ ਅਬਲਾ ਕਿਹਾ ਜਾਂਦਾ ਸੀ। ਔਰ ਪਤਾ ਕੀ ਹੈ, ਸਾਡੇ ਬਹੁਤ ਹੀ ਮਸ਼ਹੂਰ ਜਿਹੜੇ ਕਵੀ ਨੇ ਮੈਥਿਲੀ ਸਨ, ਉਹਨਾਂ ਨੇ ਇਸ ਸਥਿਤੀ ਬਾਰੇ ਇਸ ਤਰ੍ਹਾਂ ਲਿਖਿਆ ਹੈ कि अबला जीवन हाय तुम्हारी यही कहानी अबला जीवन हाय तुम्हारी यही कहानी आंचल में है दूध और आंखों में पानी। सो ਇਹੋ ਜਿਹੀ ਸਤਰਾਂ ਜਿਹੜੀਆਂ ਉਹਨੇ ਲਿਖੀਆਂ ਸੀਗੀਆਂ, ਤੇ ਇਹਦਾ ਮਤਲਬ ਇਹ ਹੈ ਕਿ ਉਸ ਵੇਲੇ ਜਿਹੜੀ ਸਥਿਤੀ ਨਹੀਂ ਅੱਛੀ ਸੀ। ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਏ, ਉਸ ਵੇਲੇ ਵੀ ਔਰਤ ਦੀ ਹਾਲਤ ਤਰਸਯੋਗ ਸੀ। ਤਾਂ ਉਹਨਾਂ ਨੇ ਵੀ ਨਾਰੀ ਨੂੰ ਸਤਿਕਾਰ ਦਿੱਤਾ, ਮਾਣ ਦਿੱਤਾ, ਵਡਿਆਇਆ।
ਔਰ ਉਹਨਾਂ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜੀ ਤਾਂ ਉਹਨਾਂ ਦੇ ਉਸ ਤੋਂ ਬਾਅਦ ਸਾਡੇ ਤੀਜੇ ਗੁਰੂ ਅਮਰਦਾਸ ਜੀ ਆਏ ਨੇ, ਉਹਨਾਂ ਨੇ ਜਿਹੜੀ ਸਤੀ ਵਿਰੁੱਧ ਜਿਹੜੀ ਪ੍ਰਥਾ ਸੀ ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਔਰਤ ਨੂੰ ਮਰਦ ਦਾ ਈਮਾਨ ਆਖਿਆ ਜੀ। ਤੇ ਉਸ ਤੋਂ ਬਾਅਦ ਸਾਡੇ ਜਿਹੜੇ ਨੇ ਮਿਸ਼ਨਰੀ ਨੇ, ਸਾਡੇ ਸਮਾਜ ਸੁਧਾਰਕ ਅੰਦੋਲਨ ਕਰਨ ਵਾਲੇ ਸੀ, ਆਪਣਾ ਸਵਾਮੀ ਵਿਵੇਕਾਨੰਦ ਜੀ, ਵਿਨੋਬਾ ਭਾਵੇ ਜੀ, ਰਾਜਾ ਰਾਮ ਮੋਹਨ ਰਾਏ ਜੀ, ਸ਼੍ਰੀ ਆਪਣਾ ਦਇਆਨੰਦ ਜੀ, ਉਹ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਮਤਲਬ ਬਹੁਤ ਹੀ ਜ਼ਿਆਦਾ ਚੇਂਜ ਲਿਆਂਦੀ। ਪਰ ਔਰਤ ਜਿਹੜੀ ਜਾਗਰਤ ਹੋ ਗਈ, ਜਨ ਚੇਤਨਾ ਹੋਈ, ਔਰਤ ਵੀ ਜਾਗਰਤ ਹੋਈ। ਪਰ ਜਿਹੜੀ ਅੱਜ ਦੀ ਸਥਿਤੀ ਤੇ ਉਹਦੀ ਪਹਿਲੀ ਸਥਿਤੀ ਵਿੱਚ ਬਹੁਤ ਸੁਧਾਰ ਆਇਆ। ਸਭ ਤੋਂ ਪਹਿਲਾਂ ਮੈਂ ਕਹਾਂਗੀ ਕਿ ਇੱਕ ਤਾਂ ਜਿਹੜਾ ਸਾਡਾ ਮੇਨ ਜਿਹੜੀ ਸਤੀ ਪ੍ਰਥਾ ਸੀ ਵੀ ਔਰਤ ਜਿਹੜੀ ਸੀ ਪਤੀ ਮਰ ਜਾਣਾ ਤੇ ਔਰਤ ਨੂੰ ਨਾਲ ਸਤੀ ਹੋਣਾ ਪੈਣਾ, ਉਹ ਖਤਮ ਹੋ ਗਿਆ ਬਿਲਕੁਲ। ਜੇ ਬਾਲ ਵਿਵਾਹ ਹੈ ਉਹਦੇ ਤੇ ਰੋਕ ਲੱਗੀ ਹੈ, ਠੀਕ ਹੈ। ਇਸੇ ਤਰ੍ਹਾਂ ਸਾਡੀ ਇੱਕ ਜਿਹੜੀ ਹੈਗੀ ਸੀ ਕਿ ਦੇਵਦਾਸੀ ਦੀ ਪ੍ਰਥਾ ਉਦੋਂ ਚੱਲੀ ਸੀ। ਦੇਵਦਾਸੀ ਸਾਡੇ ਭਾਰਤ ਦਾ ਇੱਕ ਜ਼ਿਲ੍ਹਾ ਹੈ ਬੈਲਗਾਮ, ਉਹਦੇ ਵਿੱਚ ਸੈਂਕੜੇ ਔਰਤਾਂ ਜਿਹੜੀਆਂ ਸੀ ਹਰ ਸਾਲ ਉਹ ਦੇਵਦਾਸੀ ਬਣਦੀਆਂ, ਉਹਨਾਂ ਦਾ 80% ਜਿਹੜਾ ਸੀਗਾ ਉਹ ਵੇਸ਼ਵਾ ਬਣ ਜਾਂਦਾ। ਹੁਣ ਉਹਦੇ ਤੇ ਵੀ ਬਹੁਤ ਠੱਲ ਪੈ ਗਈ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡੀ ਜਿਹੜੀ ਹੁਣ ਔਰਤ ਹੈਗੀ ਹੈ ਉਹ ਘਰ ਤੋਂ ਬਾਹਰ ਨਿਕਲ ਕੇ ਆਪਣੀ ਆਤਮ ਨਿਰਭਰ ਹੋਈ ਹੈ, ਉਹਨੂੰ ਆਪਣੇ ਰਾਈਟਸ ਦਾ ਪਤਾ ਲੱਗ ਗਿਆ, ਉਹਨੂੰ ਆਪਣੇ ਡਿਊਟੀਜ਼ ਦਾ ਪਤਾ ਲੱਗਿਆ, ਉਹਨੇ ਕਾਨੂੰਨ ਕਿਹੜੇ ਨੇ ਉਹ ਵੀ ਕਾਫੀ ਹੱਦ ਤੱਕ ਪਤਾ ਨੇ। ਇਸੇ ਤਰ੍ਹਾਂ ਜਿਹੜੀ ਔਰਤ ਹੈਗੀ ਹੈ ਅੱਜ ਉਹ ਆਪਣਾ ਉਹਦਾ ਆਪਣੇ ਪ੍ਰਤੀ ਨਜ਼ਰੀਆ ਬਦਲਿਆ। ਉਹ ਚਾਹੁੰਦੀ ਹੈ ਕਿ ਵੀ ਉਹ ਕਹਿੰਦੀ ਕਿ ਵੀ ਠੀਕ ਹੈ, ਜ਼ੁਲਮ ਕਰਨਾ ਜੇ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ। ਇਸ ਕਰਕੇ ਉਹਦਾ ਨਜ਼ਰੀਆ ਬਦਲ ਗਿਆ ਹੁਣ ਆਪਣੇ ਪ੍ਰਤੀ। ਉਹਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆਏ ਨੇ। ਅੱਜ ਉਹ ਹਰ ਖੇਤਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਉਹਦੇ ਆਪਣੇ ਸੈਲਫ ਗਰੁੱਪਸ ਬਣੇ ਹੋਏ ਨੇ, ਸੈਲਫ ਹੈਲਪ ਗਰੁੱਪਸ, ਉਹਦੇ ਸਪੋਰਟ ਗਰੁੱਪਸ ਬਣੇ ਹੋਏ ਨੇ, ਉਹਨੇ NGOs ਚਲਾਈਆਂ ਹੋਈਆਂ ਨੇ ਜਿਹਦੇ ਨਾਲ ਉਹ ਆਪ ਵੀ ਆਪਣੀ ਮਦਦ ਕਰ ਰਹੀ ਔਰ ਦੂਜਿਆਂ ਦੀ ਵੀ ਮਦਦ ਕਰ ਰਹੀ ਹੈਗੀ ਹੈ। ਤੇ ਇਸ ਤਰ੍ਹਾਂ ਜਿਹੜੀ ਔਰਤ ਹੈਗੀ ਹੈ ਉਹ ਪਹਿਲਾਂ ਨਾਲੋਂ ਉਹਦੀ ਸਥਿਤੀ ਵਿੱਚ ਬਹੁਤ ਬਦਲਾਵ ਆਇਆ, ਪਰ ਹਾਲੇ ਹੋਰ ਵੀ ਬਹੁਤ ਆਪਾਂ ਨੂੰ ਅੱਗੇ ਜਾਣ ਦੀ ਲੋੜ ਹੈ। ਜੀ, ਬੜੇ ਵਿਸਤਾਰ ਦੇ ਨਾਲ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਵਿਆਖਿਆ ਕੀਤੀ ਹੈ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਸਮਾਜ ਬਦਲਿਆ, ਸਮਾਜ ਦੇ ਨਾਲ ਘਰਾਂ ਦੇ ਰੂਪ ਬਦਲੇ, ਪਰਿਵਾਰਾਂ ਦੇ ਰੂਪ ਬਦਲੇ, ਸੰਯੁਕਤ ਪਰਿਵਾਰ ਤੋਂ ਅਕਹਿਰੇ ਪਰਿਵਾਰ ਤੱਕ ਵੀ ਅਸੀਂ ਸਫ਼ਰ ਤੈਅ ਕੀਤਾ ਹੈ। ਸੋ ਸੰਯੁਕਤ ਤੋਂ ਲੈ ਕੇ ਅਕਹਿਰੇ ਪਰਿਵਾਰ ਤੱਕ ਇਹ ਔਰਤ ਦਾ ਰੂਪ ਕਿਵੇਂ ਬਦਲਿਆ, ਉਹਦੀ ਭੂਮਿਕਾ ਕਿਵੇਂ ਬਦਲੀ? ਹਾਂਜੀ ਰੀਮਾ ਜੀ, ਇਹ ਬਿਲਕੁਲ ਸਹੀ ਕਿਹਾ ਕਿ ਸਾਡੇ ਪਹਿਲਾਂ ਸੰਯੁਕਤ ਪਰਿਵਾਰ ਹੋਇਆ ਕਰਦੇ ਸੀ, ਹੈ ਨਾ। ਉਹਦੇ ਵਿੱਚ ਪੜਦਾਦਾ, ਪੜਦਾਦੀ, ਦਾਦਾ, ਦਾਦੀ, ਤਾਇਆ, ਤਾਈ, ਚਾਚਾ, ਚਾਚੀ, ਭੂਆ ਸਭ ਮਿਲ ਕੇ ਰਹਿੰਦੇ ਸੀ ਔਰ ਇੱਕ ਛੱਤ ਹੇਠਾਂ ਰਹਿੰਦੇ ਸੀ। ਔਰ ਤੁਸੀਂ ਦੇਖੋ ਹਰ ਇੱਕ ਘਰ ਦੇ ਬੱਚੇ ਵੀ ਅੱਗੋਂ ਦਰਜਨਾਂ ਦੇ ਹਿਸਾਬ ਨਾਲ ਹੁੰਦੇ ਸੀ, 5-5 ਅੱਜ ਕੱਲ੍ਹ ਨਹੀਂ ਵੀ 1-2 ਹੀ ਬੱਚੇ ਹੋਣ। ਸੋ ਬੱਚੇ ਵੀ ਹੁੰਦੇ ਸੀਗੇ। ਉਹ ਜਦੋਂ ਇੱਕ ਛੱਤ ਹੇਠਾਂ ਰਹਿੰਦੇ ਸੀਗੇ, ਜਿਹੜਾ ਘਰ ਦਾ ਬਜ਼ੁਰਗ ਸੀ ਵੱਡਾ, ਉਹਨੂੰ ਮਤਲਬ ਬਣਾਇਆ ਜਾਂਦਾ ਸੀ ਮੁਖੀਆ। ਪਰ ਇਹ ਵੀ ਸੱਚ ਹੈ ਕਿ ਉਹ ਮੁਖੀਆ ਮਰਦ ਸੀ, ਪਰ ਉਹ ਮਰਦ ਫਿਰ ਵੀ ਉਹਦੇ ਨਾਲ ਔਰਤਾਂ ਦੇ ਨਾਲ ਅੰਡਰਸਟੈਂਡਿੰਗ ਸੀਗੀ। ਉਹ ਔਰਤ ਨੂੰ ਨੀਵਾਂ ਨਹੀਂ ਦਿਖਾਉਂਦੇ ਸੀਗੇ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਤੇ ਅੱਛਾ ਇੰਪ੍ਰੈਸ਼ਨ ਪਾਇਆ। ਔਰ ਜਿਹੜੇ ਬੱਚੇ ਰਹਿੰਦੇ ਸੀਗੇ ਉਹਨਾਂ ਦੇ ਕੋਲ ਦਾਦੀ ਨੇ ਕੀ ਕਰਨਾ, ਦਾਦਾ ਦਾਦੀ ਨੇ ਜਾਂ ਦਾਦੀ ਨੇ ਉਹਨਾਂ ਨੂੰ ਗੁਰੂਆਂ ਦੀਆਂ ਆਪਣਾ ਕਥਾਵਾਂ ਸੁਣਾਉਣੀਆਂ, ਸਾਖੀਆਂ ਸੁਣਾਉਣੀਆਂ, ਜੋ ਜਿਹੜੇ ਸਾਡੇ ਨੇ ਬਹਾਦਰ ਜਿਹੜੇ ਨੇ ਆਪਣੇ, ਉਹਨਾਂ ਬਾਰੇ, ਸਾਡੇ ਦੇਸ਼ ਭਗਤ ਨੇ ਉਹਨਾਂ ਦੇ ਬਾਰੇ ਉਹਨਾਂ ਦੀ ਕਥਾਵਾਂ, ਉਹਨਾਂ ਦੀ ਜੀਵਨ ਜਿਹੜੀ ਸਾਰੀ ਹੈਗੀ ਜੀਵਨ ਕਥਾ ਉਸ ਦੱਸਣੀ। ਇਸ ਤਰ੍ਹਾਂ ਉਹਨਾਂ ਦੇ ਵਿੱਚ ਚੰਗੇ ਸੰਸਕਾਰ ਭਰੇ ਜਾਂਦੇ ਸੀ। ਫਿਰ ਉਸ ਪਰਿਵਾਰ ਦੇ ਵਿੱਚ ਇਹ ਵੀ ਤਾਂ ਗੱਲ ਸੀ ਨਾ ਕਿ ਬੇਟੇ ਜਦੋਂ ਸਾਰੇ ਇਕੱਠੇ ਰਹਿੰਦੇ ਸੀਗੇ ਔਰ ਔਰਤਾਂ ਦੇ ਵਿੱਚ ਆਪਸੀ ਪਿਆਰ ਵੀ ਬੜਾ ਸੀ, ਉਹਨਾਂ ਨੇ ਆਪਸ ਵਿੱਚ ਕੰਮ ਵੀ ਵੰਡੇ ਹੋਏ ਸੀ, ਆਪਣੀਆਂ ਜ਼ਿੰਮੇਵਾਰੀਆਂ ਵੀ ਵੰਡੀਆਂ ਹੋਈਆਂ ਸੀ। ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਲੜਾਈ ਝਗੜਾ ਨਹੀਂ ਹੁੰਦਾ ਸੀਗਾ। ਔਰ ਜਦੋਂ ਉਹ ਕੰਮ ਵੰਡੇ ਸੀ ਸਾਰਾ ਹਰ ਕੋਈ ਕੰਮ ਕਰਦਾ ਸੀ। ਔਰ ਕਈ ਬੱਚੇ ਮਤਲਬ ਉਹ ਮਾਵਾਂ ਦਾ ਤਾਇਆ ਤਾਈ ਚਾਚਾ ਚਾਚੀ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਸੀ ਕਿ ਬੱਚੇ ਕਈ ਵਾਰੀ ਉਹਨਾਂ ਨੂੰ ਹੀ ਮਾਂ-ਬਾਪ ਸਮਝਦੇ ਸੀ, ਉਹਨਾਂ ਨੂੰ ਕਹਿੰਦੇ ਸੀ ਮੈਂ ਉਹਨਾਂ ਦਾ ਬੇਟਾ, ਮੈਂ ਉਹਨਾਂ ਦੀ ਇਸ ਤਰ੍ਹਾਂ ਬੱਚੀ ਆ। ਤਾਂ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਸਾਰਿਆਂ ਦੇ ਵਿੱਚ। ਉਸ ਵੇਲੇ ਜੇਕਰ ਕਿਤੇ ਨਾ ਕਿਤੇ ਕਿਸੇ ਮਰਦ ਤਾਂ ਔਰਤ ਵਿੱਚ ਮਾੜਾ ਮੋਟਾ ਕਿਤੇ ਹੋ ਵੀ ਜਾਵੇ, ਨੋਕ ਝੋਕ ਕਵਾਂਗੇ, ਪਰ ਕਦੇ ਉਹ ਤਕਰਾਰ ਵਿੱਚ ਨਹੀਂ ਸੀ ਬਦਲਣ ਦਿੱਤੇ ਕਿਉਂਕਿ ਉਹ ਜਿਹਾ ਮਾਹੌਲ ਸੀ ਕਿ ਜਦੋਂ ਉਹਨਾਂ ਨੇ ਕਿਸੇ ਬਜ਼ੁਰਗ ਨੂੰ ਹੀ ਮਾੜਾ ਜਿਹਾ ਦੇਖਣਾ ਜਾਂ ਆਪਣੇ ਵੱਡੀ ਸੱਸ ਨੂੰ ਜਾਂ ਕਿਸ ਨੂੰ ਦੇਖਣਾ, ਉੱਥੇ ਹੀ ਚੁੱਪ ਕਰ ਜਾਣਾ। ਔਰ ਇਹ ਵੀ ਗੱਲ ਸੱਚੀ ਹੈ ਕਿ ਜਦੋਂ ਕੋਈ ਗੁੱਸਾ ਆਇਆ ਹੋਵੇ ਨਾ, ਜੇ ਆਪਾਂ ਥੋੜਾ ਜਿਹਾ ਰਿਲੈਕਸ ਕਰ ਦਈਏ ਨਾ, ਉਹ ਗੁੱਸਾ ਕਫੂਰ ਹੋ ਜਾਂਦਾ। ਤਾਂ ਇਸ ਤਰ੍ਹਾਂ ਇੱਕ ਸਭ ਤੋਂ ਵੱਡੀ ਉਹਦਾ ਤਲਾਕਾਂ ਦਾ ਕੋਈ ਨਾਮ ਨਹੀਂ ਸੀ। ਔਰ ਬੱਚੇ ਕਿਵੇਂ ਪਲ ਗਏ, ਕਿਵੇਂ ਵੱਡੇ ਹੋ ਗਏ, ਕਿਵੇਂ ਆਪਣਾ ਉਹਨਾਂ ਦੇ ਪੜ੍ਹ ਲਿਖ ਤੋਂ ਜਵਾਨ ਹੋਏ, ਉਹਨਾਂ ਦੇ ਵਿਆਹ ਹੋ ਗਏ।
ਕੋਈ ਪਤਾ ਨਹੀਂ, ਕਿਉਂਕਿ ਸਾਰੇ ਇੰਨੀ ਇਕਮੁੱਠਤਾ ਸੀ। ਪਰ ਇਹੋ ਜਿਹਾ ਸਮਾਂ ਆਇਆ ਉਸ ਤੋਂ ਬਾਅਦ ਕਿ ਜਿਹੜੇ ਨੇ ਸਾਡੇ ਇਕਹਿਰੇ ਪਰਿਵਾਰ ਹੋਣ ਦੇ ਵਿੱਚ ਆਏ। ਉਹਦੇ ਇਕਹਿਰੇ ਪਰਿਵਾਰ ਦੇ ਹੋਣ ਦੇ ਵਿੱਚ ਆਉਂਦੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਈ ਵਾਰੀ ਬੱਚਿਆਂ ਦੀ ਨੌਕਰੀ ਕਿਤੇ ਲੱਗ ਜਾਂਦੀ ਹੈ ਤਾਂ ਉਹਨਾਂ ਨੇ ਜਾਣਾ ਹੀ ਜਾਣਾ ਹੁੰਦਾ, ਠੀਕ ਹੈ, ਉਹਨਾਂ ਨੇ ਜਿੱਥੇ ਉਹਨਾਂ ਦੀ ਨੌਕਰੀ ਉੱਥੇ ਵੀ ਜਾਣਾ। ਔਰ ਉਸ ਤੋਂ ਬਾਅਦ ਕਈ ਜਿਹੜੇ ਨੇ ਇਹੋ ਜਿਹੇ ਵੀ ਪਰਿਵਾਰ ਨੇ ਜਿਹੜੇ ਕਿ ਆਪਣੇ ਸੱਸ ਸਹੁਰਾ ਤੋਂ ਅਲੱਗ ਰਹਿ ਰਹੇ ਨੇ, ਜਿਹੜੇ ਕਿ ਬਜ਼ੁਰਗਾਂ ਨੂੰ ਮਤਲਬ ਪੂਰਾ ਸਤਿਕਾਰ ਨਹੀਂ ਦੇ ਰਹੇ ਸੀ, ਠੀਕ ਹੈ, ਇਹ ਵੀ ਸੱਚਾਈ ਹੈ। ਪਰ ਜਦੋਂ ਇਕਹਿਰੇ ਪਰਿਵਾਰ ਆਏ, ਹੁਣ ਇਕਹਿਰੇ ਪਰਿਵਾਰ ਵੀ ਆਪਣੇ ਆਪ ਦੇ ਵਿੱਚ ਵੀ ਉਹਦਾ ਫਾਇਦਾ ਵੀ ਸੀ। ਉਹਦਾ ਫਾਇਦਾ ਮੈਂ ਇਹ ਕਹਾਂਗੀ ਕਿਉਂਕਿ ਜਦੋਂ ਉਹ ਆਈ ਗਏ, ਆਪਣੇ ਮਾਪੇ ਨੂੰ ਛੱਡ ਕੇ ਆਈ ਗਏ, ਤਾਂ ਉਸ ਵੇਲੇ ਉਹਨਾਂ ਦੇ ਹਸਬੈਂਡ ਤੇ ਵਾਈਫ ਦੇ ਵਿੱਚ ਆਪਸ ਵਿੱਚ ਰਿਲੇਸ਼ਨ ਬਹੁਤ ਅੱਛੇ ਰਹੇ ਜੀ ਤਕਰੀਬਨ, ਕਿਉਂਕਿ ਉਹਨਾਂ ਨੂੰ ਇੱਕ ਦੂਜੇ ਨੂੰ ਨੇੜਿਓਂ ਬੈਠਣ ਦਾ ਮੌਕਾ ਮਿਲਿਆ। ਵੀ ਕੋਈ ਹੋਰ ਵੱਡਾ ਹੁੰਦਾ ਨਹੀਂ ਸੀ, ਉਹਨਾਂ ਨੇ ਦਿਲ ਦੀਆਂ ਗੱਲਾਂ ਖੋਲ ਕੇ ਕਰ ਲੈਣੀਆਂ। ਤੇ ਇਸ ਤਰ੍ਹਾਂ ਉਹਨਾਂ ਨੇ ਇਕੱਠੇ ਬੈਠ ਕੇ ਚਾਹ ਵੀ ਪੀਣੀ। ਈਵਨ ਜੇਕਰ ਕੋਈ ਕਮਾਉਂਦੇ ਹੈ ਤਾਂ ਉਹ ਜਿਹੜੇ ਦੋਨੋਂ ਕਮਾ ਰਹੇ ਨੇ ਤਕਰੀਬਨ ਜਦੋਂ ਦੋਨੋਂ ਕਮਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਫਾਈਨੈਂਸ਼ਲੀ ਉਹ ਬਹੁਤ ਸਟੇਬਲ ਹੁੰਦੇ ਨੇ। ਤਾਂ ਇਹੋ ਜਿਹੇ ਪਰਿਵਾਰਾਂ 'ਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੂਰੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਭੇਜਣਾ। ਤੇ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੂੰ ਜਦੋਂ ਉਹਨਾਂ ਨੇ ਘਰ ਆਉਣਾ ਤਾਂ ਉਹਨਾਂ ਨੂੰ ਇੰਝ ਲੱਗਣਾ, ਫੀਲਿੰਗ ਹੋਣੀ ਕਿ ਅਸੀਂ ਆਪਣੇ ਘਰ ਐਂਟਰ ਕਰ ਰਹੇ ਹਾਂ। ਪਰ ਇਹਦੀ ਤਰਾਸਦੀ ਦੂਜਾ ਪੱਖ ਵੀ ਹੈ। ਇਸ ਪਰਿਵਾਰ ਨੇ ਜਦੋਂ ਇਕਹਿਰੇ ਪਰਿਵਾਰ ਬਣੇ ਔਰ ਇਹ ਦੋਨੇ ਉਹ ਤੋਂ ਆਪਣੇ ਮਤਲਬ ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਸੀ, ਠੀਕ ਹੈ, ਕਿਉਂਕਿ ਬਜ਼ੁਰਗ ਲੋਕ ਨੇ ਉਹ ਜ਼ਰੂਰ ਜਿਹੜੇ ਕਿਸੇ ਗਲਤ ਕੰਮ ਤੇ ਜਾਂਦੇ, ਪਰ ਉਹ ਜਿਹੜੇ ਨੇ ਆਪਣਾ ਮਤਲਬ ਉਹਨਾਂ ਨੂੰ ਟੋਕਣ ਵਾਲਾ ਕੋਈ ਨਹੀਂ, ਉਹ ਆਪਣੀ ਸ਼ੈਲੀ 'ਚ ਆਪਣੇ ਜੀਵਨ ਜਿਵੇਂ ਉਹ ਜੀ ਰਹੇ ਨੇ। ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਬੱਚੇ ਨੂੰ ਹੁਣ ਪਾਲਣ ਦੇ ਲਈ ਕੋਈ ਵੱਡਾ ਚਾਹੀਦਾ ਹੈ ਨਾ, ਤੇ ਜਦੋਂ ਡਿਲੀਵਰੀ ਹੋਣੀ ਤਾਂ ਵੀ ਕੋਈ ਬੱਚਾ ਚਾਹੀਦਾ। ਤਾਂ ਉਦੋਂ ਉਹਨਾਂ ਨੇ ਮਾਂ ਔਰ ਨੂੰ ਸੱਸ ਨੂੰ ਬੁਲਾ ਲੈਣਾ। ਜਦੋਂ 6 ਮਹੀਨੇ ਪੂਰੇ ਹੋਣੇ, ਮਾਵਾਂ ਸੱਸ ਆਪਣੇ ਆਪਣੇ ਘਰ, ਉਹਨਾਂ ਦੇ ਲਈ ਬੱਚੇ ਜਿਹੜੇ ਨੇ ਉਹ ਕ੍ਰੈਚ ਵਿੱਚ ਛੱਡਣੇ ਪੈਣੇ, ਡੇ ਕੇਅਰ ਸੈਂਟਰ ਵਿੱਚ ਛੱਡੇ ਆ। ਤਾਂ ਉਹ ਜਦੋਂ ਛੱਡਦੇ ਨੇ ਤਾਂ ਕਈ ਵਾਰੀ ਇਸ ਤਰ੍ਹਾਂ ਦਾ ਵੀ ਮੌਕਾ ਆਉਂਦਾ ਕਿ ਜਿਹੜਾ ਬੱਚਾ ਬਿਮਾਰ ਹੋ ਜਾਂਦਾ ਤਾਂ ਛੁੱਟੀ ਕਿ ਨਹੀਂ ਲੈਣੀ, ਮਾਂ ਨੇ ਛੁੱਟੀ ਲੈਣੀ ਹੈ। ਅੱਛਾ, ਕਈ ਵਾਰੀ ਇਸ ਤਰ੍ਹਾਂ ਦੇ ਵੀ ਕੇਸਿਸ ਆਏ ਨੇ ਜਿਵੇਂ ਦੇਖਿਆ ਕਿ ਉਹ ਜਿਹੜੇ ਬੱਚੇ ਨੇ ਉਹ ਜਦੋਂ ਆਪਣਾ ਕ੍ਰੈਚ ਜਿੱਥੇ ਛੱਡਣੇ ਨੇ, ਉਹਨਾਂ ਮਾਂ ਬਾਪ ਦਾ ਤਾਂ ਵਰਕਿੰਗ ਡੇ ਹੈ ਪਰ ਕ੍ਰੈਚ ਵਾਲੇ ਛੁੱਟੀ ਕਰ ਚੁੱਕੇ ਨੇ ਉਹਨਾਂ ਨੇ ਆਪਣੇ, ਤਾਂ ਉਹਦੇ ਵਿੱਚ ਫਿਰ ਉਹਨਾਂ ਨੂੰ ਪ੍ਰੋਬਲਮ ਬਹੁਤ ਆਈ। ਫਿਰ ਮਾਂ ਨੇ ਛੁੱਟੀ ਲਈ। ਤਾਂ ਇਸ ਤਰ੍ਹਾਂ ਕਰਕੇ ਜਦੋਂ ਇਸ ਤਰ੍ਹਾਂ ਦੇ ਛੁੱਟੀ ਲਈ ਇਹੋ ਜਿਹੇ ਵੀ ਪ੍ਰੋਬਲਮਸ ਬੜੀਆਂ ਆਉਂਦੀਆਂ ਨੇ। ਦੂਜੀ ਗੱਲ, ਜਦੋਂ ਸੰਯੁਕਤ ਪਰਿਵਾਰ ਸੀਗਾ ਉਦੋਂ ਬੱਚੇ ਨੇ ਬਿਮਾਰ ਹੋਣਾ ਔਰ ਦਾਦੀ ਦੇ ਟੋਟਕੇ ਤੇ ਨੁਸਖੇ ਵੀ ਬੜੇ ਕੰਮ ਆਉਂਦੇ ਸੀ ਮੈਡਮ। ਤੇ ਅੱਜ ਕੱਲ੍ਹ ਤਾਂ ਆਪਾਂ ਭੱਜ ਕੇ ਐਲੋਪੈਥਿਕ ਦਵਾਈਆਂ ਵੱਲ ਭੱਜਦੇ ਹਾਂ। ਸੋ ਘਰ ਦੇ ਨੁਸਖੇ ਜਿਹੜੇ ਟੋਟਕੇ ਉਹ ਬਹੁਤ ਹੀ ਹੁੰਦੇ ਨੇ। ਤਾਂ ਹੁਣ ਜਦੋਂ ਬੱਚਾ ਬਿਮਾਰ ਹੁੰਦਾ ਤਾਂ ਉਹਨਾਂ ਨੂੰ ਮਤਲਬ ਪ੍ਰੋਬਲਮ ਆਉਂਦੀ ਕਿ ਕਿਹਦੇ ਕੋਲ ਛੱਡਿਆ ਜਾਵੇ। ਹੁਣ ਹਰ ਦਿਨ ਤਾਂ ਛੁੱਟੀ ਲਈ ਨਹੀਂ ਜਾ ਸਕਦੀ। ਇਸੇ ਤਰ੍ਹਾਂ ਹੀ ਜਦੋਂ ਆਪਣਾ ਦੇਖਦੇ ਨੇ ਕਿ ਉਹ ਦੋਨੋਂ ਵੀ ਆਪਣੇ ਕੰਮ ਤੇ ਜਾ ਰਹੇ ਨੇ, ਉਹ ਬੱਚਿਆਂ ਨੂੰ ਕੁਆਲਿਟੀ ਟਾਈਮ ਉਹ ਵੀ ਨਹੀਂ ਦੇ ਰਹੇ ਕਿਉਂਕਿ ਉਹਨਾਂ ਕੋਲ ਵੀ ਭੱਜ ਨੱਠ ਦੀ ਜ਼ਿੰਦਗੀ ਹੈ। ਸੋ ਸੰਯੁਕਤ ਪਰਿਵਾਰ ਜਿਹੜੇ ਨੇ ਉਹ ਆਪਣੀ ਜਗ੍ਹਾ ਤੇ ਨੇ, ਇਕਹਿਰੇ ਪਰਿਵਾਰ ਮਜਬੂਰੀ ਬਸ ਆਪਣੇ ਦੇ। ਪਰ ਸੰਯੁਕਤ ਪਰਿਵਾਰਾਂ ਵਿੱਚ ਜਿੱਥੇ ਬੱਚੇ ਸਾਡੇ ਬਜ਼ੁਰਗ ਅੱਜ ਬਿਰਧ ਆਸ਼ਰਮ 'ਚ ਜਾ ਰਹੇ ਨੇ, ਉੱਥੇ ਜਿਹੜੇ ਨੇ ਆਪਣਾ ਬੱਚੇ ਨੇ ਉਹ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਪ੍ਰੋਬਲਮਸ ਬੜੀਆਂ ਆ ਰਹੀਆਂ ਨੇ। ਬਿਲਕੁਲ ਜੀ, ਜੇ ਗੱਲ ਕਰੀਏ ਅਸੀਂ ਔਰਤ ਦੀ ਤਾਂ ਔਰਤ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਆਦਮੀ ਦੇ ਨਾਲ ਇੱਥੋਂ ਤੱਕ ਦਾ ਇਹ ਤਰੱਕੀ ਦਾ ਸਫ਼ਰ ਤੈਅ ਕੀਤਾ। ਪਰ ਇਸ ਸਫ਼ਰ ਦੇ ਵਿੱਚ ਵੀ ਅੱਜ ਦੇ ਦੌਰ ਦੀ ਗੱਲ ਕਰੀਏ ਤੇ ਤਾਂ ਵੀ ਉਹਨੂੰ ਰੁਤਬਾ ਹਾਸਲ ਨਹੀਂ ਹੈ, ਉਹ ਆਜ਼ਾਦੀ ਨਹੀਂ ਹੈ। ਉਹ ਕਿਤੇ ਰਾਤ ਵੇਲੇ ਵੀ, ਰਾਤ ਬਰਾਤੇ ਵੀ ਕਿਤੇ ਆ ਜਾ ਨਹੀਂ ਸਕਦੀ। ਸੋ ਇਸ ਸਥਿਤੀ ਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਰੀਮਾ ਜੀ ਬਹੁਤ ਅੱਛਾ ਸਵਾਲ ਕੀਤਾ ਹੈਗਾ ਕਿ ਅੱਜ ਬਈ ਔਰਤ ਦੀਆਂ ਹੈਰਾਨੀਜਨਕ ਜਿਹੜੀਆਂ ਨੇ ਸਿਰਮੌਰ ਪ੍ਰਾਪਤੀਆਂ ਨੇ, ਪਰ ਸਮਾਜ ਦੇ ਵਿੱਚ ਅੱਜ ਵੀ ਉਹ ਸਥਾਨ ਨਹੀਂ ਮਿਲਿਆ। ਉਸ ਦਾ ਕਾਰਨ ਜੋ ਮੈਂ ਮੁੱਖ ਕਾਰਨ ਸਮਝਦੀ ਹਾਂ ਉਹ ਹੈ ਕਿ ਸਾਡੇ ਪਿਤਰਕ ਮੁੱਲ ਵਿਧਾਨ। ਪਿਤਰਕ ਮੁੱਲ ਵਿਧਾਨ ਇੱਕ ਅਜਿਹਾ ਵਿਧਾਨ ਹੈ ਜੋ ਕਿ ਪਿਤਰਕ ਸਮਾਜ ਵੱਲੋਂ ਰੂੜੀਵਾਦੀ ਸੋਚ ਰਾਹੀਂ ਹੋਂਦ ਵਿੱਚ ਆਇਆ। ਔਰ ਇਹ ਜਿਹੜਾ ਪਿਤਰਕ ਪ੍ਰਧਾਨ ਸਮਾਜ ਹੈ ਜਾਂ ਪਿਤਰਕ ਸਮਾਜ ਹੈ, ਉਹਨੇ ਜਦੋਂ ਜਿਹੜਾ ਪਿਤਰਕ ਮੁੱਲ ਵਿਧਾਨ ਸਿਰਜਿਆ ਔਰ ਇਸ ਮੁੱਲ ਵਿਧਾਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਸ ਨੇ ਇਹ ਅਨਾਉਂਸ ਕੀਤਾ ਕਿ ਔਰਤ ਜਿਹੜਾ ਮਰਦ ਹੈ ਉਹ ਇੱਕ ਪਤੀ ਦੇ ਰੂਪ ਵਿੱਚ ਪਰਮੇਸ਼ਰ ਹੈ ਜੀ, ਠੀਕ ਹੈ। ਔਰ ਇਸ ਮੁੱਲ ਵਿਧਾਨ ਦੇ ਅਨੁਸਾਰ ਔਰਤ ਨੂੰ ਕੀ ਬਣਾ ਦਿੱਤਾ ਗਿਆ? ਉਹਦੀ ਦਾਸੀ, ਉਹਦੀ ਸੇਵਕਾ, ਠੀਕ ਹੈ। ਔਰ ਇਸ ਮੁੱਲ ਵਿਧਾਨ ਦੇ ਅਨੁਸਾਰ ਔਰਤ ਨੂੰ ਕੀ ਬਣਾਇਆ ਗਿਆ? ਸਿਰਫ ਭੋਗ ਵਿਲਾਸ ਦੀ ਵਸਤੂ। ਇਸ ਮੁੱਲ ਵਿਧਾਨ ਦੇ ਅਨੁਸਾਰ ਔਰਤ ਨੂੰ ਬਣਾ ਦਿੱਤਾ ਗਿਆ ਬੱਚੇ ਪੈਦਾ ਕਰਨ ਵਾਲੀ ਮਸ਼ੀਨ। ਇਸ ਮੁੱਲ ਵਿਧਾਨ ਨੇ ਜਿਹੜਾ ਕੀਤਾ ਕਿ ਔਰਤ ਜਿਹੜੀ ਹੈਗੀ ਉਹ ਮਨੋਰੰਜਨ ਦਾ ਸਾਧਨ ਹੈ। ਔਰ ਇਸ ਪਿਤਰਕ ਮੁੱਲ ਵਿਧਾਨ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਪੱਪਾ ਅੱਖਰ ਤੋਂ 3 ਜਿਹੜੇ ਸ਼ਬਦ ਬਣੇ ਨੇ, ਪੱਪਾ ਪਿਤਾ, ਪੱਪਾ ਪਤੀ, ਪੱਪਾ ਪੁੱਤਰ।
ਜੀ ਉਹਦੇ ਵੱਲ ਵੀ ਇਹਦੇ ਚ ਇਸ਼ਾਰਾ ਕੀਤਾ ਗਿਆ ਕਿ ਤੁਸੀਂ ਕਰਮਵਾਰ ਆਪਣੀ ਧੀ, ਆਪਣੀ ਪਤਨੀ, ਆਪਣੀ ਮਾਂ ਉਤੋਂ ਕੰਟਰੋਲ ਰੱਖਣਾ ਹੈ। ਜੀ ਸੋ ਇਹੋ ਜਿਹੀ ਜਦੋਂ ਸਥਿਤੀ ਸੀ ਤਾਂ ਇਹੋ ਜਿਹੇ ਕਰਕੇ ਹੁਣ ਉਹ ਜਿਹੜੀ ਸਥਿਤੀ ਹੈ ਸਾਡੇ ਸਮਾਜ ਦੇ ਵਿੱਚ, ਉਹ ਪਿਤਰਕ ਸੋਚ ਹੈ ਅੱਜ ਵੀ ਮਰਦ ਪ੍ਰਧਾਨ ਸਮਾਜ ਦੇ ਉਹਨਾਂ ਪੁਰਖਾਂ ਤੇ, ਮੈਂ ਸਿਰਫ ਉਹਨਾਂ ਪੁਰਖਾਂ ਲਈ ਕਹਿ ਰਹੀ ਹਾਂ ਕਿਉਂਕਿ ਸਾਡੇ ਬਹੁਤ ਸਾਰੇ ਮਰਦ ਜਿਹੜੇ ਨੇ ਔਰਤਾਂ ਦਾ ਸਾਥ ਦੇ ਰਹੇ ਨੇ। ਮੈਂ ਬਿਲਕੁਲ ਨਹੀਂ ਕਹਾਂਗੀ ਜਿਨ੍ਹਾਂ ਮਰਦਾਂ ਦੇ ਉੱਤੇ ਅੱਜ ਵੀ ਪਿਤਰਕ ਸੋਚ ਹਾਵੀ ਹੈ, ਭਾਰੀ ਹੈ ਮਾਨਸਿਕਤਾ ਤੇ, ਉਹ ਅੱਜ ਵੀ ਨਹੀਂ ਚਾਹੁੰਦੇ ਕਿ ਔਰਤ ਅੱਗੇ ਜਾਵੇ, ਉਹ ਨਹੀਂ ਚਾਹੁੰਦੇ ਕਿ ਔਰਤ ਜਿਹੜਾ ਉਹਨੂੰ ਬਰਾਬਰ ਸਥਾਨ ਮਿਲੇ। ਇੱਕ ਗੱਲ ਹੋਰ ਇਸ ਪਿਤਰਕ ਸੋਚ ਨੇ ਹੋਰ ਕੀਤਾ, ਔਰਤ ਪ੍ਰਤੀ ਪਿਤਰਕ ਸੋਚ ਨੇ ਸਾਡੇ ਬਾਜ਼ਾਰ ਨੂੰ ਤਾਕਤ ਦਿੱਤੀ ਔਰ ਬਾਜ਼ਾਰ ਨੇ ਤਾਕਤ ਦਾ ਫਾਇਦਾ ਉਠਾਇਆ ਔਰ ਬਾਜ਼ਾਰ ਨੇ ਮੀਡੀਆ ਦੀ ਮਦਦ ਦੇ ਨਾਲ ਜਿਹੜੀ ਔਰਤ ਦੇ ਸੁੰਦਰਤਾ ਦੇ ਪੈਮਾਨਿਆਂ ਨੂੰ ਉਹਨਾਂ ਨੇ ਇੱਕ ਨਵੇਂ ਨਾਮ ਜਿਹੜੇ ਦਿੱਤੇ, ਜਿਵੇਂ ਫੈਸ਼ਨ ਸ਼ੋ, ਮਿਸ ਯੂਨੀਵਰਸ, ਮਾਡਲਿੰਗ, ਵਿਗਿਆਪਨ ਆਦਿ। ਇਹ ਨਾਮ ਦੇ ਕੇ ਸਾਡੇ ਦੁਆਲੇ ਇੱਕ ਬਹੁਤ ਹੀ ਚਮਕ ਦਮਕ ਵਾਲਾ ਜਿਹੜਾ ਸੀ ਉਹ ਮਾਹੌਲ ਸਿਰ ਦਿੱਤਾ ਕਿ ਗਲੈਮਰ ਦੀ ਦੁਨੀਆ ਦੀ ਬਣਾ ਦਿੱਤੀ। ਸਾਡੀਆਂ ਬੱਚੀਆਂ, ਸਾਡੀਆਂ ਕੁੜੀਆਂ ਇਹਨਾਂ, ਚਾਹੇ ਉਹ ਮਿਸ ਯੂਨੀਵਰਸ ਮੁਕਾਬਲਾ ਹੋਵੇ, ਚਾਹੇ ਉਹ ਆਪਣਾ ਮਾਡਲਿੰਗ ਹੋਵੇ ਤੇ ਚਾਹੇ ਫੈਸ਼ਨ 'ਚ ਹੋਵੇ, ਕੁੜੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਜੀ। ਅੱਛਾ, ਇਹਦੇ ਨਾਲ ਜਿਹੜੀ ਗੱਲ ਹੋਏਗੀ ਵਿਗਿਆਪਨਾਂ ਦੀ। ਹੁਣ ਵਿਗਿਆਪਨਾਂ ਦੇ ਵਿੱਚ ਆਪਾਂ ਕਾਰਾਂ ਦੇ ਟਾਇਰਾਂ ਦੀ, ਆਪਾਂ ਟਰੱਕਾਂ ਦੇ ਟਾਇਰਾਂ ਦੀ ਮਸ਼ਹੂਰੀ ਦੀ ਗੱਲ ਕਰਦੇ ਹਾਂ, ਆਪਾਂ ਸ਼ਰਾਬ ਦੀ, ਸਿਗਰਟ ਦੀ, ਬੀੜੀ ਦੀ, ਉਹਦੇ ਵਿੱਚ ਔਰਤ ਦੀਆਂ ਜਿਹੜੀਆਂ ਨੇ ਉਹਦੇ ਜਿਸਮ ਦੀ ਨੁਮਾਇਸ਼ ਕੀਤੀ ਹੋਈ ਹੈ ਜੀ। ਸੋ ਇਹ ਇੱਕ ਬਹੁਤ ਗਲਤ ਵਰਤਾਰਾ ਹੈ ਔਰ ਮੈਂ ਕਦੇ ਵੀ ਔਰਤ ਦੀ ਆਜ਼ਾਦੀ ਦੇ ਵਿਰੁੱਧ ਨਹੀਂ ਹਾਂ। ਮੈਂ ਹਮੇਸ਼ਾ ਜਦੋਂ ਔਰਤ ਦੇ ਨਾਲ ਕੋਈ ਸ਼ੋਸ਼ਣ ਹੁੰਦਾ ਹੈ ਤਾਂ ਸੱਚ ਵਿੱਚ ਮੈਂ ਬਹੁਤ ਦੁਖੀ ਹੁੰਦੀ ਹਾਂ। ਤੇ ਮੈਂ ਲਿਖਿਆ ਸੀਗਾ ਕਿ ਆਪਣਾ ਜਿਹੜਾ ਹੈ ਸਾਡੇ ਜਿੱਥੇ ਕਦਰਾਂ ਤੇ ਕੀਮਤਾਂ ਦਾ ਨਹੀਂ ਕੋਈ ਮੁੱਲ, ਜਿੱਥੇ ਕਦਰਾਂ ਤੇ ਕੀਮਤਾਂ ਦਾ ਨਹੀਂ ਕੋਈ ਮੁੱਲ, ਉਹ ਕਾਹਦੀ ਹੈ ਆਜ਼ਾਦੀ ਅਤੇ ਕਿਹੋ ਜਿਹੀ ਖੁੱਲ, ਉਹ ਕਾਹਦੀ ਹੈ ਆਜ਼ਾਦੀ ਅਤੇ ਕਿਹੋ ਜਿਹੀ ਖੁੱਲ। ਤੇ ਇਹ ਜਿਹੜਾ ਜਦੋਂ ਮੈਂ ਬਾਜ਼ਾਰ ਦੀ ਗੱਲ ਸੁਣਦੀ ਹਾਂ ਰੀਮਾ ਜੀ, ਤਾਂ ਸੱਚ ਜਾਣਿਓ ਮੈਨੂੰ ਸਾਹਿਲ ਲੁਧਿਆਣਵੀ ਬਹੁਤ ਯਾਦ ਆਉਂਦਾ ਹੈ ਜਦੋਂ ਉਹਨੇ ਲਿਖਿਆ ਹੈ ਸ਼ੇਰ, ਮਰਦੋं ने जन्म दिया, औरत ने जन्म दिया मर्दों को, मर्दों ने उसे बाजार दिया जी। औरत ने जन्म दिया मर्दों को, मर्दों ने उसे बाजार दिया, जब जी चाहा मसला कुचला, जब जी चाहा तिरकार दिया। तो हालत ये है रीमा जी। पर मैं तुहानूं ये भी कहना चाहांगी कि ये पितरक सोच सिर्फ साडे जिन्हां मर्दां ते भारू है, वो औरत दे विरुद्ध ने। बहुत साडे मर्द साडे नाल ने, इस करके मैनूं यकीन है कि असीं जरूर बराबरी दा स्थान प्राप्त करांगे, क्योंकि नथिंग इज इंपॉसिबल, कुछ भी असंभव नहीं है। इंपॉसिबल शब्द खुद कहता है आई एम पॉसिबल। ठीक है, बिल्कुल जी। सो इत्थे एक छोटी जी ब्रेक का वेला हो रहा है, गाने तो बाद मुड़ परतदे आ, देखदे रहो गल्लां ते गीत। असां चिट्टियां कपा दियां फुट्टियां, चिट्टियां कपा दियां फुट्टियां, पिंजड़े च पिंजवे रहिया, पिंजड़े च पिंजवे रहिया, सुनी वारसा, सुनी वारसा।
ਔਰਤ ਤੇਰੀ ਇਹੀ ਕਹਾਣੀ। ਇਹ ਔਰਤ ਜਿਨੇ ਬਹੁਤ ਹੀ ਜ਼ਿਆਦਾ ਮਰਦਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਤਰੱਕੀ ਦੇ ਵਿੱਚ ਸਾਥ ਦਿੱਤਾ ਹੈ, ਆਪਣਾ ਯੋਗਦਾਨ ਪਾਇਆ ਹੈ। ਪਰ ਅਜੋਕੇ ਸਮਾਜ ਦੇ ਵਿੱਚ ਔਰਤ ਦਾ ਸਥਾਨ ਕੀ ਹੈ, ਇਸੇ ਵਿਸ਼ੇ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਗੁਰਚਰਨ ਕੌਰ ਕੁਚਰ। ਕੁਚਰ ਜੀ, ਬਹੁਤ ਹੀ ਜ਼ਿਆਦਾ ਮੱਲਾਂ ਮਾਰੀਆਂ ਨੇ ਔਰਤ ਦੇ ਵਿੱਚ। ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲੀ, ਕੰਮ ਕਾਜੀ ਬਣੀ, ਕੰਮ ਕੀਤਾ, ਹਾਲੇ ਵੀ ਕਰ ਰਹੀ ਹੈ। ਪਰ ਆਪਾਂ ਆਮ ਤੌਰ ਤੇ ਗੱਲ ਕਹਿ ਦਿੰਨੇ ਕਿ ਇਹ ਜ਼ਿੰਦਗੀ ਕੋਈ ਬਹੁਤੀ ਸੁਖਾਲੀ ਨਹੀਂ ਔਰਤ ਲਈ, ਇਹ ਰੂਪ ਕੋਈ ਬਹੁਤਾ ਸੁਖਾਲਾ ਨਹੀਂ। ਕਿੰਨੀਆਂ ਕੁ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਉਹ ਰੋਜ਼ ਦੋ ਚਾਰ ਹੁੰਦੀ ਹੈ। ਹਾਂਜੀ, ਕੰਮ ਕਾਜੀ ਔਰਤ ਜੀ। ਹਾਂਜੀ, ਕੰਮਕਾਜੀ ਔਰਤ ਦੀ ਸਭ ਤੋਂ ਤਾਂ ਵੱਡੀ ਚੁਣੌਤੀ ਇਹ ਹੈ ਕਿ ਅੱਜ ਉਹਦੇ ਸਾਹਮਣੇ ਵੀ ਦੋ ਜ਼ਿੰਮੇਵਾਰੀਆਂ ਸੰਭਾਲਣ ਦੀ ਉਹਦੇ ਤੇ ਸਿਰ ਤੇ ਪੰਡ ਚੁੱਕੀ, ਜਿਵੇਂ ਕਿ ਉਹਨੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਔਰ ਕੰਮਕਾਜੀ ਜਿਹੜੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲੀਆਂ ਨੇ। ਔਰ ਇਹ ਜਿਹੜੀਆਂ ਜ਼ਿੰਮੇਵਾਰੀਆਂ ਉਹ ਚਾਹੁੰਦੀ ਕਿ ਬੜੀਆਂ ਬਾਖੂਬੀ ਮੈਂ ਨਿਭਾਵਾਂ, ਇਸ ਕਰਕੇ ਉਹ ਵੀ ਇਦਾਂ ਦੀਆਂ ਨਿਭਾਈਆਂ ਜਾਣ ਕਿ ਤਾਂ ਕਿ ਮੈਂ ਆਪਣਾ ਜਿਹੜਾ ਘਰ ਦਾ ਕੰਮ ਉਹਦੇ ਵਿੱਚ ਕੋਈ ਵਿਘਨ ਨਾ ਪਵੇ ਔਰ ਨੌਕਰੀ ਦੇ ਵਿੱਚ ਵੀ ਕੋਈ ਵਿਘਨ ਨਾ ਹੋਵੇ। ਸੋ ਇਸ ਦੋਨੋਂ ਜ਼ਿੰਮੇਵਾਰੀਆਂ ਵਿੱਚ ਤਾਲਮੇਲ ਕਿਵੇਂ ਰੱਖਣਾ, ਇਹਨਾਂ 'ਚ ਬੈਲੈਂਸ ਕਿਵੇਂ ਬਣਾਉਣਾ, ਇਹ ਵੀ ਉਹਦੇ ਲਈ ਹਾਲੇ ਇੱਕ ਬੜੀ ਵੱਡੀ ਚੁਣੌਤੀ ਹੁੰਦੀ ਹੈ। ਤੇ ਜਦੋਂ ਹੋਰ ਇੱਕ ਗੱਲ ਕਰਦੇ ਹੈਗੇ ਆ ਕਿ ਜਦੋਂ ਔਰਤ ਜਿਹੜੀ ਹੈ, ਆਪਾਂ ਦੇਖਦੇ ਹਾਂ ਕੰਮਕਾਜੀ ਔਰਤ ਹੈ, ਉਹ ਸਵੇਰੇ ਬਹੁਤ ਅਰਲੀ ਉੱਠ ਜਾਂਦੀ ਹੈ ਔਰ ਦੇਰ ਰਾਤ ਤੱਕ ਉਹ ਆਪਣਾ ਜਿਹੜਾ ਵਾ ਰਸੋਈ 'ਚ ਹੁੰਦੀ ਹੈ। ਤਾਂ ਜਦੋਂ ਉਹ ਬਹੁਤ ਘੱਟ ਘੰਟੇ ਸੌਂਦੀ ਹੈ ਤੇ ਉਹਦੀ ਜਿਹੜੀ ਨੀਂਦ ਦੀ ਕਮੀ ਹੈ ਉਹਦੇ ਇਮਿਊਨ ਸਿਸਟਮ ਨੂੰ ਖਤਮ ਕਰ ਰਹੀ ਹੈ, ਜਿਹਦੇ ਕਰਕੇ ਉਹਨੂੰ ਹੈਲਥ ਦੀਆਂ ਪ੍ਰੋਬਲਮਸ ਵੀ ਆ ਜਾਂਦੀਆਂ ਨੇ। ਇਹ ਪ੍ਰੋਬਲਮਸ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਨੇ WHO ਵੱਲੋਂ। ਤੇ ਇਸ ਤੋਂ ਬਿਨਾਂ ਜਦੋਂ ਘਰ 'ਚ ਕੋਈ ਰੀਮਾ ਜੀ ਬਿਮਾਰ ਹੋ ਜਾਂਦਾ ਹੈ ਤੇ ਜਾਂ ਬੱਚਿਆਂ ਦੇ ਪੇਪਰ ਹੋਣੇ ਹੁੰਦੇ ਨੇ ਜਾਂ ਕਿਸੇ ਮਹਿਮਾਨ ਨੇ ਆਉਣਾ ਹੁੰਦਾ ਤੇ ਛੁੱਟੀ ਕਿਹਨੂੰ ਲੈਣੀ ਪੈਂਦੀ, ਜਿਵੇਂ ਪਹਿਲਾਂ ਹੀ ਕਿਹਾ ਕਿ ਔਰਤ ਨੂੰ ਹੀ ਲੈਣੀ ਪੈਂਦੀ ਹੈ। ਔਰ ਔਰਤ ਜਦੋਂ ਛੁੱਟੀ, ਕੋਈ ਬਜ਼ੁਰਗ ਘਰ 'ਚ ਬਿਮਾਰ ਹੋ ਗਿਆ, ਲੰਬੀ ਛੁੱਟੀ ਲੈ ਜਾਂਦੀ ਹੈ ਤੇ ਲੰਬੀ ਛੁੱਟੀ ਨਾਲ ਕੀ ਹੁੰਦਾ ਕਿ ਦਫ਼ਤਰ ਦਾ ਜਿਹੜਾ ਕੰਮ ਹੁੰਦਾ ਰੀਮਾ ਜੀ, ਉਹ ਪੈਂਡਿੰਗ ਹੋ ਜਾਂਦਾ। ਉਹ ਕਈ ਵਾਰੀ ਫਾਈਲਾਂ ਘਰ ਬਣਾਉਂਦੀ ਹੈ, ਮਤਲਬ ਮੰਗਵਾ ਲੈਂਦੀ ਹੈ, ਤਾਂ ਪਰ ਉਹਨੂੰ ਫਿਰ ਵੀ ਕਿਤੇ ਨਾ ਕਿਤੇ ਸੁਣਨਾ ਪੈਂਦਾ, ਲੈ ਤੂੰ ਤਾਂ ਆਪਣੇ ਘਰ ਨੂੰ ਹੀ ਦਫ਼ਤਰ ਬਣਾ ਦਿੱਤਾ। ਠੀਕ ਹੈ, ਇਸ ਤਰ੍ਹਾਂ ਦੀ ਗੱਲ ਹੁੰਦੀ। ਫਿਰ ਜਦੋਂ ਉਹ ਨਹੀਂ ਮਤਲਬ ਮੰਗਵਾਉਂਦੀ ਤਾਂ ਆਪਣੇ ਕਿਸੇ ਕੁਲੀਗ ਦੀ ਮਦਦ ਲੈਂਦੀ ਹੈ, ਤਾਂ ਉਹਦੇ 'ਚ ਮਦਦ ਲੈਣ 'ਚ ਕਈ ਵਾਰੀ, ਨਾਟ ਆਲਵੇਜ਼, ਕਈ ਵਾਰੀ ਉਹਦਾ ਸ਼ੋਸ਼ਣ ਵੀ ਹੋ ਜਾਂਦਾ। ਉਹ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਔਰਤ ਹੈ, ਕੋਈ ਇਹ ਤਾਂ ਨਹੀਂ ਉਹਨੂੰ ਬਿਲਕੁਲ ਘਰ ਦੇ ਨੇੜੇ ਨੌਕਰੀ ਮਿਲ ਜਾਏ। ਉਹ ਕਈ ਵਾਰੀ ਜਿੱਥੇ ਉਹ ਨੌਕਰੀ ਕਰ ਰਹੀ ਹੁੰਦੀ, ਬਹੁਤ ਵੱਡਾ ਫਾਸਲਾ ਹੁੰਦਾ, ਉਹ ਕਿਸੇ ਨਾ ਕਿਸੇ ਸਾਧਨ ਨਾਲ ਤਾਂ ਨੌਕਰੀ ਵਾਲੀ ਥਾਂ ਤੇ ਉਹਨੇ ਪਹੁੰਚਣਾ ਹੀ ਪਹੁੰਚਣਾ ਹੁੰਦਾ। ਤੇ ਉਹ ਜਦੋਂ ਬੱਸ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ, ਇੱਕ ਤਾਂ ਉਹਦੇ ਜਾਣ ਤੇ ਆਉਣ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਦੂਜੀ ਗੱਲ ਹੈ, ਜਦੋਂ ਉਹ ਸਫ਼ਰ ਕਰ ਰਹੀ ਹੁੰਦੀ ਹੈ ਤੇ ਉਹ ਸੇਫ ਨਹੀਂ ਹੁੰਦੀ, ਕਿਉਂਕਿ ਉਹਦੇ ਨਾਲ ਸਰੀਰਕ ਛੇੜਛਾੜ, ਮਾਨਸਿਕ ਛੇੜਛਾੜ ਵੀ ਹੋ ਸਕਦੀ ਹੈ। ਈਵਨ ਬੱਸ ਸਟੈਂਡ ਤੇ ਖੜੀ ਕੋਈ ਪਰਸ ਵੀ ਖੋ ਕੇ ਲੈ ਜਾਂਦਾ, ਚੇਨ ਵੀ ਲੈ ਜਾਂਦੀ, ਕਿਉਂਕਿ ਲੁੱਟਾਂ ਖੋਹਾਂ ਦੀ ਵਾਰਦਾਤਾਂ ਹੋ ਰਹੀਆਂ। ਇਸੇ ਤਰ੍ਹਾਂ ਸਾਡੀ ਰੀਮਨ ਜਿਹੜੀ ਅਨਆਰਗੇਨਾਈਜ਼ਡ ਸੈਕਟਰ ਹੈ, ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ ਜਿਹੜੀ ਔਰਤ ਬਹੁਤ ਅੱਛੀ ਮਤਲਬ ਉਸਦੀ ਹੋਏਗੀ ਪੋਜੀਸ਼ਨ ਤੇ, ਉਹਦੀ ਮੰਨ ਲਓ ਅੱਗੋਂ ਪ੍ਰਮੋਸ਼ਨ ਹੋਣੀ ਹੈ, ਤਾਂ ਪ੍ਰਮੋਸ਼ਨ ਦੇ ਵਿੱਚ ਉੱਥੋਂ ਦੇ ਬੌਸ, ਉੱਥੋਂ ਦੇ ਮਾਲਕਾਂ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਗੱਲ ਵਸ ਚੁੱਕੀ ਹੈ ਕਿ ਔਰਤ ਕਮਜ਼ੋਰ ਹੈ ਸਰੀਰਕ ਪੱਖੋਂ ਵੀ ਔਰ ਮਾਨਸਿਕ ਪੱਖੋਂ ਵੀ, ਜਦ ਕਿ ਰੀਮਾ ਜੀ ਇਹ ਠੀਕ ਨਹੀਂ ਹੈ। ਆਂਖੋਂ ਦੇਖੀ ਰਿਪੋਰਟ ਦੇ ਹਿਸਾਬ ਦੇ ਨਾਲ ਔਰਤ ਜਿਹੜੀ ਹੈ ਉਹ ਸਰੀਰਕ ਤੌਰ ਤੇ ਡੈਲੀਕੇਟ ਤਾਂ ਜ਼ਰੂਰ ਹੈ ਪਰ ਕਮਜ਼ੋਰ ਨਹੀਂ। ਜਿੱਥੋਂ ਤੱਕ ਉਹਦੀ ਮੈਂਟਲ ਅਬਿਲਿਟੀ ਦਾ ਸਵਾਲ ਹੈ, ਉਹ ਮਰਦਾਂ ਦੇ ਬਰਾਬਰ ਹੈ। ਔਰ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀਗਾ ਕਿ ਜਿਹੜੀ ਔਰਤ ਹੈਗੀ ਹੈ ਇੱਕ ਇਹੋ ਜਿਹਾ ਮਰਦ ਦਾ ਸਾਥੀ ਹੈ ਜਿਹੜੀ ਮੈਂਟਲ ਯੋਗਤਾ ਇੱਕੋ ਜਿਹੀ ਰੱਖਦੀ ਹੈ, ਪਰ ਉਹਦੇ ਬਾਵਜੂਦ ਵੀ ਉਹਨੂੰ ਮਤਲਬ ਉਹ ਪ੍ਰਮੋਸ਼ਨ ਨਹੀਂ ਦਿੱਤੀ ਜਾਂਦੀ। ਇੱਕ ਬਹੁਤ ਵੱਡੀ ਜਿਹੜੀ ਹੈ ਉਹਦੇ ਸਾਹਮਣੇ ਚੁਣੌਤੀ ਹੈ। ਇਸੇ ਤਰ੍ਹਾਂ ਆਪਾਂ ਜਿਹੜੇ ਸਾਡਾ ਇੰਟਰਨੈਸ਼ਨਲ ਸਾਡੀ ਲੇਬਰ ਫਾਊਂਡੇਸ਼ਨ ਵੱਲੋਂ ਇੱਕ ਰਿਪੋਰਟ ਹੈ ਕਿ ਤੰਬਾਕੂ ਬਣਾਉਣ ਵਾਲੇ ਬੀੜੀ ਦੇ ਕਾਰਖਾਨਿਆਂ 'ਚ ਜਿੰਨੇ ਵੀ ਕਾਮੇ ਲੱਗੇ ਹੋਏ ਨੇ, ਉਹਦੇ 'ਚ 90% ਜਿਹੜੇ ਨੇ ਉਹ 90% ਜਿਹੜੀਆਂ ਔਰਤਾਂ ਕੰਮ ਕਰ ਰਹੀਆਂ ਨੇ। ਹੁਣ ਜਦੋਂ ਔਰਤਾਂ ਬਰਾਬਰ ਕੰਮ ਕਰ ਰਹੀਆਂ ਨੇ ਤਾਂ ਉਹ ਬਰਾਬਰ ਦੇ ਕੰਮ ਦੇ ਵਿੱਚ ਹੀ ਉਹਨਾਂ ਨੂੰ ਬਰਾਬਰ ਤਨਖਾਹ ਨਹੀਂ ਮਿਲਦੀ, ਜਦ ਕਿ ਸਾਡਾ ਐਕਟ ਹੈਗਾ ਵੇ ਇਕੁਅਲ ਵਰਕ ਫਾਰ ਇਕੁਅਲ ਪੇ ਫਾਰ ਇਕੁਅਲ ਵਰਕ। ਸੋ ਇਹ ਵੀ ਬੜੀ ਵੱਡੀ ਚੁਣੌਤੀ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਪ੍ਰਸੂਤਾ ਛੁੱਟੀ ਦੀ ਗੱਲ ਕਰਦੇ ਹਾਂ, ਹੁਣ ਜਦੋਂ ਗਵਰਨਮੈਂਟ ਜੌਬ ਵਿੱਚ ਹੈ ਉਹਨੂੰ ਤਾਂ 6 ਮਹੀਨੇ ਦੀ ਛੁੱਟੀ ਮਿਲ ਜਾਊਗੀ, ਪਰ ਜਦੋਂ ਗਵਰਨਮੈਂਟ ਜੌਬ ਨਹੀਂ ਹੈ ਤਾਂ ਉਹ ਜਿਹੜੀ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੀ, ਉਹ ਪਹਿਲਾਂ ਹੀ ਉਹਦੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ, ਕਿਉਂਕਿ ਪ੍ਰਾਈਵੇਟ ਅਦਾਰਿਆਂ 'ਚ ਬਹੁਤੀ ਨਹੀਂ ਤਨਖਾਹ ਮਿਲਦੀ।
ਕਿਉਂਕਿ ਕਈ ਪ੍ਰਾਈਵੇਟ ਅਦਾਰੇ ਬਹੁਤ ਦੇ ਰਹੇ ਨੇ ਪਰ ਬਹੁਤ ਜਿਹੜੇ ਆਮ ਤਾਂ ਉਹ ਜਦੋਂ ਛੁੱਟੀ ਲੈ ਲੈਂਦੀ ਵਿਚਾਰੀ ਤਾਂ ਉਸ ਵੇਲੇ ਵੀ ਉਹਨੂੰ ਵਿਦਆਊਟ ਪੇ ਛੁੱਟੀ ਲੈਣੀ ਪੈਂਦੀ। ਉਹ ਕੋਸ਼ਿਸ਼ ਕਰਦੀ ਮੈਂ ਜਲਦੀ ਜੁਆਇਨ ਕਰਾਂ ਤਾਂ ਕਿਉਂਕਿ ਸੰਯੁਕਤ ਪਰਿਵਾਰਾਂ ਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਟੁੱਟ ਚੁੱਕੇ ਨੇ ਤੇ ਹੁਣ ਉਹ ਆਪਣੇ ਬੱਚੇ ਕਿਰਾਏ ਵਿੱਚ ਛੱਡਦੀ ਹੈ ਤਾਂ ਉਹ ਕਿਰਾਏ ਕਰਕੇ ਉੱਥੇ ਬੱਚੇ ਪਲਦੇ ਨੇ ਔਰ ਕਈ ਵਾਰੀ ਉਹ ਲੇਟ ਆਉਂਦੀ ਹੈਗੀ ਹੈ ਤਾਂ ਬੱਚੇ ਨੂੰ ਔਰ ਬੱਚੇ ਵਿਚਾਰੇ ਜਿਹੜੇ ਬੋਤਲਾਂ 'ਚ ਦੁੱਧ ਪੀ ਕੇ ਫਿਰ ਸੋ ਗਏ ਨੇ ਮੇਰੇ ਸ਼ੇਰ ਨੇ। ਪਰ ਮੈਂ ਕੋਟ ਕਰਨਾ ਚਾਹੁੰਦੇ ਸੀ ਤੇ ਜੇ ਟਾਈਮ ਹੈਗਾ ਤਾਂ ਵੀ ਉਹਦੇ 'ਚ ਹੈਗਾ ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ ਕਿ ਝੂਲੇ ਝੁਲਾਵਣ ਨੂੰ ਮਾਵਾਂ ਨਾ ਆਈਆਂ ਸੁਗੰਧੀ ਲਿਆਵਣ ਜੋ ਗਈਆਂ ਸਵੇਰੇ ਹੋਈ ਸ਼ਾਮ ਪਰ ਉਹ ਹਵਾਵਾਂ ਨਾ ਆਈਆਂ ਉਹ ਬੋਤਲ 'ਚ ਦੁੱਧ ਪੀ ਕੇ ਫਿਰ ਸੌਂ ਗਏ ਨੇ ਅਜੇ ਦਫ਼ਤਰੋਂ ਪਰ ਮਾਵਾਂ ਨਾ ਆਈਆਂ। ਕਿਆ ਬਾਤ ਹੈ ਤਾਂ ਇਸ ਤਰ੍ਹਾਂ ਦੇ ਇਹ ਤਾਂ ਦਫ਼ਤਰ ਦੀ ਕਹਾਣੀ ਹੈ। ਪਰ ਜੇ ਅਸੀਂ ਘਰੇਲੂ ਫਰੰਟ ਤੇ ਗੱਲ ਕਰੀਏ ਤੇ ਘਰਾਂ ਦੇ ਵਿੱਚ ਵੀ ਔਰਤਾਂ ਨੂੰ ਕਾਫੀ ਸਮੱਸਿਆਵਾਂ ਦਰਪੇਸ਼ ਆਉਂਦੀਆਂ ਨੇ, ਉਹਨਾਂ ਬਾਰੇ ਦੱਸੋ। ਹਾਂਜੀ ਤਾਂ ਘਰੇਲੂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਜਦੋਂ ਘਰੇਲੂ ਔਰਤ ਹੈ ਉਹਨੂੰ ਕਹਿੰਦੇ ਨੇ 20x7 ਜੌਬ ਕਿ ਭਾਵ ਕਿ 7 ਦਿਨਾਂ 'ਚ ਹਰ ਰੋਜ਼ 24 ਘੰਟੇ ਕੰਮ ਕਰਦੀ ਹੈ। ਜਦੋਂ ਉਹ ਘਰ ਦੀ ਉਹਨੇ ਕੁਕਿੰਗ ਕਰਨੀ ਹੈ, ਉਹਨੇ ਡਿਸ਼ ਕਲੀਨਿੰਗ ਜਿਹੜੇ ਬਰਤਨ ਸਾਫ਼ ਕਰਨੇ ਨੇ, ਕੱਪੜੇ ਧੋਣੇ ਨੇ, ਸਾਰੇ ਕੰਮ ਕਰਦੀ ਉਹ ਸਵੇਰ ਤੋਂ ਲੈ ਕੇ ਉਹ ਵੀ ਮਤਲਬ ਕਿ ਉਹ ਪ੍ਰਭਾਤ ਤੋਂ ਦੇਰ ਰਾਤ ਤੱਕ ਹੁੰਦੀ। ਈਵਨ ਅਗਲੇ ਦਿਨ ਕੀ ਬਣਾਉਣਾ ਮੈਂ ਕਿਉਂਕਿ ਉਹ ਜੇ ਪਤਾ ਵੀ ਆਪਾਂ ਚਨੇ ਤੇ ਰਾਜਮਾ ਬਣਾਉਣੇ ਉਹ ਵੀ ਭਿਉਂ ਕੇ ਰੱਖਣੇ, ਦਹੀਂ ਵੀ ਜਮਾ ਕੇ ਰੱਖਣੀ, ਜਦੋਂ ਉਹਨੂੰ ਬਹੁਤ ਫਿਕਰ ਹੁੰਦਾ। ਉਹ ਇੰਨਾ ਕੰਮ ਕਰ ਰਹੀ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਸ ਦੇ ਕੰਮ ਨੂੰ ਕੰਮ ਹੀ ਨਹੀਂ ਗਿਣਿਆ ਜਾਂਦਾ। ਔਰ ਘਰੇਲੂ ਜਿਹੜੀ ਔਰਤ ਦੀ ਸਭ ਤੋਂ ਵੱਡੀ ਇਹ ਸਮੱਸਿਆ ਹੈ ਕਿ ਜੇਕਰ ਆਪਾਂ ਆਪ ਸੋਚੋ ਕਿ ਉਹੀ ਕੰਮ ਜੇ ਅਸੀਂ ਕੋਈ ਆਪਣੇ ਹੈਲਪਰ ਰੱਖੀਏ, ਕੋਈ ਮੇਡ ਸਰਵੈਂਟ ਰੱਖੀਏ ਤਾਂ ਸਾਨੂੰ 15-20 ਹਜ਼ਾਰ ਦੇਣੇ ਪੈ ਜਾਣ ਸਾਰੇ ਕੰਮਾਂ ਦੇ। ਉਹ ਬੱਚਿਆਂ ਨੂੰ ਪੜ੍ਹਾਉਂਦੀ ਵੀ ਹੈ ਔਰ ਦੇਖੋ 24 ਘੰਟੇ ਦੀ ਨੌਕਰ ਕਮਾਲ ਹੈ, ਫਿਰ ਉਹਨੂੰ ਉਹ ਕੰਮ ਨਹੀਂ ਸਮਝ ਆਉਂਦਾ। ਦੂਜੀ ਗੱਲ ਇਹ ਹੈਗੀ ਹੈ ਕਿ ਆਪਾਂ ਕਹਿੰਦੇ ਹਾਂ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਮੰਗਣਾ ਬਹੁਤ ਔਖਾ ਹੈ ਭਾਵੇਂ ਪਤਾ ਹੀ ਹੈ ਪਰ ਜਦੋਂ ਉਹ ਘਰ ਦੇ ਰਾਸ਼ਨ ਪਾਣੀ ਲਈ ਜਾਂ ਆਪਣੀਆਂ ਵਿਅਕਤੀਗਤ ਲੋੜਾਂ ਲਈ ਉਹਦੇ ਅੱਗੇ ਹੱਥ ਅੱਡਦੀ ਹੈ ਤਾਂ ਉਹ ਬਹੁਤ ਹੀ ਮਹਿਸੂਸ ਕਰਦੀ ਹੈ ਕਿ ਜੇ ਮੈਂ ਆਪ ਤਨਖਾਹ ਬਈ ਨੌਕਰੀ ਕਰ ਦਿੰਦੀ ਅੱਜ ਮੈਨੂੰ ਇਹ ਹੱਥ ਸ਼ਾਇਦ ਨਾ ਅੱਡਣੇ ਪੈਂਦੇ। ਸੋ ਇਸ ਤਰ੍ਹਾਂ ਜਿਹੜੀ ਉਹ ਵੀ ਆਪਣੇ ਉਹਦੇ 'ਚ ਇੱਕ ਮਤਲਬ ਇਹ ਆ ਜਾਂਦੀ ਹੈ ਕਿ ਵੀ ਮੇਰੇ 'ਚ ਹੀਨ ਭਾਵਨਾ ਕਿ ਮੈਂ ਆਪਣੇ ਈਵਨ ਆਪਣੀਆਂ ਜਿਹੜੀਆਂ ਪਰਸਨਲ ਲੋੜਾਂ ਨੇ ਉਹਨੂੰ ਵੀ ਉਹ ਕੱਟ ਕਰ ਦਿੰਦੀ ਹੈ। ਤੇ ਉਸ ਤੋਂ ਬਾਅਦ ਜੇ ਮਹਿੰਗਾਈ ਜਦੋਂ ਵੱਧਦੀ ਹੈ, ਮੰਨ ਲਓ ਕਿ ਕਈ ਪੁਰਖ ਆਪਣੀ ਕਮਾਈ ਦੇ ਵੀ ਦਿੰਦੇ ਨੇ ਔਰਤ ਨੂੰ, ਚਲੋ ਮੰਨ ਲੈਂਦੇ ਹਾਂ, ਪਰ ਜਦੋਂ ਮਹਿੰਗਾਈ ਆਈ ਤਾਂ ਬਜਟ ਤਾਂ ਔਰਤ ਨੇ ਹੀ ਬਣਾਉਣਾ ਨਾ। ਜਦੋਂ ਘਰੇਲੂ ਔਰਤ ਹੁੰਦੀ ਹੈ ਬਜਟ ਬਣਾਉਣ ਲੱਗਦੀ ਹੈ ਉਹ ਸਾਰੀਆਂ ਜਿਹੜੀਆਂ ਆਪਣੀਆਂ ਪਰਸਨਲ ਕੁਝ ਵੀ ਲੋੜਦੀ ਹੈ ਉਹ ਆਪਣੀਆਂ ਰੀਝਾਂ ਮੰਗਾਂ ਸੱਧਰਾਂ ਨੂੰ ਘਾਟੇ ਮਾਰਦੀ ਹੈ। ਔਰ ਈਵਨ ਸਬਜ਼ੀ ਬਣਾਉਣ ਲੱਗਿਆ, ਦਾਲ ਬਣਾਉਣ ਲੱਗਿਆ ਰੀਮਾ ਜੀ ਉਹ ਘੱਟ ਬਣਾਉਂਦੀ ਹੈ, ਮੈਂ ਦੇਖਿਆ ਪਿੰਡਾਂ ਤਾਂ ਉਹ ਜਦੋਂ ਘੱਟ ਬਣਾਉਂਦੀ ਜਦੋਂ ਆਪ ਉਹ ਕਹੇਗੀ ਸਾਰਿਆਂ ਨੂੰ ਖਿਲਾ ਕੇ ਤੇ ਆਪ ਉਸ ਦੇ ਨਾਲ ਉਹ ਬਚਿਆ ਖੁਚਿਆ। ਸੋ ਇਸ ਤਰ੍ਹਾਂ ਜਿਹੜੀ ਹੈਗੀ ਸਾਡੀਆਂ ਔਰਤਾਂ ਜਿਹੜੀਆਂ ਉਸ ਤੋਂ ਬਾਅਦ ਅਸੀਂ ਦੇਖੋ ਇਕੱਲਤਾ ਵੀ ਖਾਂਦੀ ਹੈ। ਕਹਿੰਦੇ ਇਕੱਲਾ ਜਿਹੜਾ ਰੁੱਖ ਤਾਂ ਕੋਈ ਵੀ ਨਾ ਹੋਵੇ, ਜਦੋਂ ਸਾਰੇ ਹੀ ਚਲੇ ਜਾਂਦੇ ਨੇ ਉਹ ਇਕੱਲੀ ਵਿਚਾਰੀ ਬੈਠੀ ਹੁੰਦੀ ਤਾਂ ਉਹਨੂੰ ਲੱਗਦਾ ਵੀ ਮੈਂ ਕੰਮ ਭਾਵੇਂ ਕਰ ਰਹੀ ਹੁੰਦੀ ਹੈ, ਇਕੱਲਤਾ ਉਹਦੇ ਕੰਮ ਵਿੱਚ ਪਰ ਡਰ, ਇੱਕ ਖੌਫ, ਇੱਕ ਅਹਿਸਾਸ ਜਿਹੜਾ ਉਹਦੇ ਅੰਦਰ ਅੰਦਰ। ਉਸ ਤੋਂ ਬਾਅਦ ਉਹਨੂੰ ਵੀ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਨੇ। ਔਰ ਕਈ ਵਾਰੀ ਮਰਦ ਲੋਕ ਜਿਹੜੇ ਨੇ ਉਹ ਬੱਚਿਆਂ ਦੇ ਸਾਹਮਣੇ ਕਹਿੰਦੇ ਨੇ ਕਿ ਤੇਰੀ ਮਾਂ ਕਿਹੜਾ ਕੰਮ ਕਰਦੀ ਹੈ, ਵਿਹਲੀ ਹੈ ਨਾ, ਉਹ ਆਪਣਾ ਬੈਠੀ ਹੈਗੀ ਤੇ ਸਾਰਾ ਦਿਨ ਕਰਦੀ ਕੀ ਹੈ, ਉਹ ਤਾਂ ਬਸ ਅਸੀਂ ਚਲੇ ਜਾਂਦੇ ਪਿੱਛੋਂ ਆਰਾਮ ਹੀ ਤਾਂ ਕਰਦੀ ਹੈ। ਉਹ ਇਹ ਵੀ ਕਹਿੰਦੇ ਨੇ ਰੀਮਾ ਜੀ ਕਿ ਬਈ ਉਸ ਨੂੰ ਕਿ ਤੂੰ ਕਿਹੜਾ ਕਦੇ ਪੈਸਾ ਕਮਾਉਣਾ ਕਿੰਨਾ ਔਖਾ, ਤੈਨੂੰ ਕੀ ਪਤਾ, ਤੂੰ ਕਦੇ ਨੌਕਰੀ ਕੀਤੀ ਹੋਵੇ ਪੈਸਾ ਕਮਾਇਆ ਹੋਵੇ ਤੈਨੂੰ ਤਾਂ ਪਤਾ ਲੱਗਿਆ। ਇਸ ਤਰ੍ਹਾਂ ਜਿੱਥੇ ਵੀ ਕਈ ਵਾਰੀ ਉਹਨੂੰ ਕੋਈ ਪੁੱਛਦਾ ਨਾ ਕਿ ਵੀ ਤੂੰ ਆਪਣਾ ਕੀ ਕਰਦੀ ਹੈ, ਜਦੋਂ ਉਹ ਆ ਕਹਿੰਦੀ ਨਾ ਮੈਂ ਵੀ ਘਰੇਲੂ ਔਰਤਾਂ तो अपने आप ये सैल्फ एस्टीम सैल्फ रिस्पैक्ट नहीं उन्हें लगता है। और ਜਿਹੜਾ ਪੁੱਛ ਰਿਹਾ ਹੁੰਦਾ ਉਹਦੇ ਚਿਹਰੇ ਦੇ ਫੇਸ਼ੀਅਲ ਜਿਹੜਾ ਐਕਸਪ੍ਰੈਸ਼ਨ ਹੈ ਉਹ ਵੀ ਦੱਸ ਦਿੰਦਾ ਕਿ ਵੀ ਇਹ ਤਾਂ ਅਨਪੜ੍ਹ ਹੋਊਗੀ ਜਿਹੜੀ ਨੌਕਰੀ ਨਹੀਂ ਕਰ ਰਹੀ, ਜਾਂ ਕੋਈ ਕਮਜ਼ੋਰੀ ਹੋਊਗੀ। ਈਵਨ ਉਹ ਸਕੂਲਾਂ ਜਿੱਥੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਵਾਉਣਗੇ, ਮੇਰੀ ਇੱਕ ਲੇਡੀ ਨਾਲ ਗੱਲ ਹੋਈ ਤਾਂ ਉਹਨੇ ਕਿਹਾ ਜਦੋਂ ਮੈਂ ਐਡਮਿਸ਼ਨ ਕਰਾਉਣਗੀ ਤਾਂ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਨੇ ਪੁੱਛਿਆ ਵੀ ਤੁਸੀਂ ਮੈਡਮ ਕੀ ਕਰਦੇ ਹੋ, ਤੇ ਮੈਂ ਕਿਹਾ ਵੀ ਮੈਂ ਘਰ ਦੀ ਮਤਲਬ ਘਰੇਲੂ ਔਰਤਾਂ, ਤਾਂ ਉਹਦੇ ਹਾਵ ਭਾਵ ਵੀ ਬਦਲ ਗਏ। ਤਾਂ ਉਹਨੇ ਕਿਹਾ ਵੀ ਇਹ ਤਾਂ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਣਾ ਹੈਗਾ, ਸੋ ਐਡਮਿਸ਼ਨ ਵੀ ਉੱਥੇ ਨਾ ਹੋ ਸਕੇ। ਇਸੇ ਤਰ੍ਹਾਂ ਤੁਸੀਂ ਦੇਖੋ ਵੀ ਜਿਹੜੀਆਂ ਸਾਡੀਆਂ ਔਰਤਾਂ ਨੇ ਉਹ ਜਦੋਂ ਕੱਲੀਆਂ ਰਹਿੰਦੀਆਂ ਨੇ ਜਾਂ ਉਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਨੇ, ਉਹ ਡਿਪਰੈਸ਼ਨ 'ਚ ਜਾ ਰਹੀਆਂ ਨੇ, ਉਹ ਸਟੇਨ 'ਚ ਜਾ ਰਹੀਆਂ ਨੇ, ਉਹਨਾਂ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਖਤਮ ਹੋ ਰਿਹਾ ਵਾ। ਔਰ ਇਹ ਥੈਂਕ ਗੋਡ ਕਿ ਹੁਣ ਜਿਹੜਾ ਔਰਤਾਂ ਨੇ ਜਿਹੜਾ ਇਹ ਘਰੇਲੂ ਔਰਤ ਨੂੰ ਜਾਨੀ ਹਾਊਸ ਵਾਈਫ ਨੂੰ ਹਾਊਸ ਮੇਕਰ ਦਾ ਨਾਮ ਦਿੱਤਾ। ਹਾਂਜੀ, ਹੁਣ ਹਾਊਸ ਮੇਕਰ ਦਾ ਇੱਕ ਬੜਾ ਸੋਫਿਸਟੀਕੇਟਡ ਵਰਡ ਹੈ। ਹੁਣ ਇਹਦਾ ਜਦੋਂ ਕਹਿਆ ਨਾ ਵੀ ਮੈਂ ਹਾਊਸ ਮੇਕਰ, ਉਹਦੇ ਚ ਥੋੜਾ ਜਿਹਾ ਉਹਨੂੰ ਵੀ ਨਹੀਂ ਲੱਗਦਾ, ਕਿਉਂਕਿ ਮੇਕਰ ਚਾਹਦਾ ਵੀ ਘਰ ਸਾਰਾ ਕੋਈ ਬਣਾਉਣ ਵਾਲੀ ਹੋਈ ਹੈ। ਸੋ ਇਸ ਤਰ੍ਹਾਂ ਉਹਦੀਆਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ, ਤੇ ਕੁਝ ਪ੍ਰੋਬਲਮਸ ਜਿਹੜੀਆਂ ਨੇ ਸਾਡੀਆਂ ਦੋਨਾਂ ਦੀਆਂ ਸਾਂਝੀਆਂ ਨੇ, ਸਾਡੀਆਂ ਔਰਤਾਂ ਦੀਆਂ ਵੀ ਸਾਂਝੀਆਂ ਨੇ ਜਿਹੜੇ ਘਰੇਲੂ ਨੇ, ਤੇ ਜਿਹੜੀਆਂ ਕੰਮਕਾਜੀ ਔਰਤਾਂ ਦੀਆਂ ਸਾਂਝੀਆਂ ਨੇ। ਤੇ ਉਹਨਾਂ ਬਾਰੇ ਮੈਂ ਉਹ ਸਿਰਫ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਹ ਜਿਹੜੀ ਗਜ਼ਲ ਹੈ ਇੱਕ ਸਮੁੱਚੀ ਔਰਤ ਦੀ ਆਵਾਜ਼ ਹੈ ਜੀ। ਹੱਕਾਂ ਖਾਤਰ ਲੜਦੀ ਹਾਂ ਮੈਂ, ਕੀ ਬਾਤ,
ਹੱਕਾਂ ਖਾਤਰ ਲੜਦੀ ਹਾਂ ਮੈਂ, ਇਹ ਅਪਰਾਧ ਤਾਂ ਕਰਦੀ ਹਾਂ ਮੈਂ। ਲੋਕ ਦਿਖਾਵਾ ਕਰਨਾ ਪੈਂਦਾ, ਲੋਕ ਦਿਖਾਵਾ ਕਰਨਾ ਪੈਂਦਾ ਹੈ, ਅੰਦਰੋਂ ਪਲ ਪਲ ਮਰਦੀ ਹਾਂ ਮੈਂ। ਧਰਤੀ ਉੱਤੇ ਪੈਰ ਟਿਕਾ ਕੇ, ਧਰਤੀ ਉੱਤੇ ਪੈਰ ਟਿਕਾ ਕੇ ਅੰਬਰ ਸਾਗਰ ਤਰਦੀ ਹਾਂ ਮੈਂ। ਤੇ ਕਿੱਦਾਂ ਦੇ ਮੈਂ ਭਾਗ ਲਿਖਾਏ, ਕਿੱਦਾਂ ਦੇ ਮੈਂ ਭਾਗ ਲਿਖਾਏ, ਨਿਤ ਤਸੀਹੇ ਜਰਦੀ ਹਾਂ ਮੈਂ। ਹਰ ਖੇਤਰ ਵਿੱਚ ਤਾਜ ਮੈਂ ਦਿੱਤਾ ਜੀ, ਹਰ ਖੇਤਰ ਵਿੱਚ ਤਾਜ ਮੈਂ ਦਿੱਤਾ, ਇਹ ਪਰ ਘਰ ਵਿੱਚ ਵਰਦੀ ਹਾਂ ਮੈਂ। ਪਹਿਲਾਂ ਜਨਮ ਤੋਂ ਬਾਅਦ ਸੀ ਮਰਦੀ, ਪਹਿਲਾਂ ਜਨਮ ਤੋਂ ਬਾਅਦ ਸੀ ਮਰਦੀ, ਹੁਣ ਤਾਂ ਕੁੱਖ ਵਿੱਚ ਮਰਦੀ ਹਾਂ ਮੈਂ। ਤੋ ਜਬਰ ਜਨਾਹ ਦੀਆਂ ਖਬਰਾਂ ਸੁਣ ਕੇ, ਜਬਰ ਜਨਾਹ ਦੀਆਂ ਖਬਰਾਂ ਸੁਣ ਕੇ ਜਨਮ ਲੈਣ ਤੋਂ ਡਰਦੀ ਹਾਂ ਮੈਂ। ਨਹੀਂ ਸੁਰੱਖਿਅਤ ਕੋਚਰ ਭਾਵੇਂ, ਨਹੀਂ ਸੁਰੱਖਿਅਤ ਕੋਚਰ ਭਾਵੇਂ, ਫੌਜ 'ਚ ਸੇਵਾ ਕਰਦੀ ਹਾਂ ਮੈਂ, ਫੌਜ 'ਚ ਸੇਵਾ ਕਰਦੀ। ਕੀ ਬਾਤ ਹੈ। ਜਿਸ ਔਰਤ ਨੂੰ ਹਰ ਤਰ੍ਹਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੈ, ਪਰ ਅਸੀਂ ਆਮ ਤੌਰ ਤੇ ਗੱਲ ਸੁਣਦੇ ਹਾਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ। ਹਾਂਜੀ ਹਾਂਜੀ, ਕੀ ਲੱਗਦਾ ਹੈ ਤੁਹਾਨੂੰ? ਮੈਂ ਤੁਹਾਡੇ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ, ਕਿਉਂਕਿ ਪਹਿਲਾਂ ਜਿਹੜਾ ਔਰਤ ਹੈ ਆਪਣੇ ਵਜੂਦ ਨੂੰ ਹੀ ਖਤਮ ਕਰ ਰਹੀ ਹੈ। ਦੇਖੋ ਅੱਜ ਭਾਰਤ ਵਿੱਚ ਦੇਖਿਆ ਹੋਵੇ 1000 ਪਿੱਛੇ 933 ਔਰਤਾਂ ਨੇ, ਪੰਜਾਬ ਦੇ ਵਿੱਚ 1000 ਪਿੱਛੇ ਜਿਹੜੇ 895 ਔਰਤਾਂ ਨੇ। ਹੁਣ ਔਰਤਾਂ ਦੀ ਗਿਣਤੀ ਘਟ ਰਹੀ ਹੈ, ਉਹ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਰਹੇ ਆ, ਕਿਉਂਕਿ ਸਾਨੂੰ ਵੀ ਇਹ ਇਦਾਂ ਹੈਗਾ ਕਿ ਬਲਾਤਕਾਰ ਦੀਆਂ ਘਟਨਾਵਾਂ ਹੋਰ ਵਧਣਗੀਆਂ ਜੇਕਰ ਆਪਾਂ ਭਰੂਣ ਹੱਤਿਆ ਕਰਦੇ ਰਹੇ। ਅੱਜ ਵੀ ਖੂਹਾਂ ਵਿੱਚੋਂ, ਕੂੜੇ ਦੇ ਢੇਰਾਂ ਵਿੱਚੋਂ, ਝਾੜੀਆਂ ਦੇ ਓਲੇ, ਤੁਸੀਂ ਸੜਕਾਂ ਦੇ ਕਿਨਾਰਿਆਂ ਤੇ ਅੱਜ ਵੀ ਭਰੂਣ ਮਿਲਦੇ। ਸਾਡੇ ਪਿੱਛੇ ਲੁਧਿਆਣੇ ਸੈਂਟਰ ਫੜਿਆ ਗਿਆ। ਸੋ ਇਸ ਵਿੱਚ ਮੈਂ ਔਰਤ ਨੂੰ ਦੋਸ਼ੀ ਬਣਾ ਰਹੀਆਂ, ਕਿਉਂਕਿ ਦੋਸ਼ੀ ਤਾਂ ਬਣਾ ਰਹੀਆਂ ਕਿ ਉਹ ਆਪਣੇ ਵਜੂਦ ਨੂੰ, ਅਣਜੰਮੀ ਧੀ ਨੂੰ ਖਤਮ ਕਰ ਰਹੀ, ਉਹ ਦੁਸ਼ਮਣ ਹੈ। ਕਿਉਂਕਿ ਅਗਰ ਔਰਤ ਚਾਵੇ ਤੇ ਭਰੂਣ ਹੱਤਿਆ ਹੋ ਹੀ ਨਹੀਂ ਸਕਦੀ। ਕਹਿੰਦੇ ਨੇ ਯੂ ਕੈਨ ਟੇਕ ਦਾ ਹਾਰਸ ਟੂ ਵਾਟਰ ਬਟ ਕਾਂਟ ਮੇਕ ਹਿਮ ਡਰਿੰਕ। ਤੁਸੀਂ ਘੋੜੇ ਨੂੰ ਪਾਣੀ ਤੱਕ ਤਾਂ ਲਿਜਾ ਸਕਦੇ ਹੋ, ਪਰ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ। ਔਰਤ ਅਗਰ ਉਹਦੇ ਤੇ ਕਿੰਨੀ ਵੀ ਮਜਬੂਰੀ ਹੋਵੇ, ਇਸ ਲਈ ਇਸ ਪੱਖ ਤੋਂ ਉਹ ਦੁਸ਼ਮਣ ਹੈ। ਹੁਣ ਸੱਸ ਦੀ ਗੱਲ ਲੈ ਲਓ ਜੀ, ਹੈ ਨਾ, ਸੱਸ ਤੇ ਨੂੰਹ ਦਾ ਰਿਸ਼ਤਾ ਹੈ। ਹੁਣ ਸੱਸ ਦੇ ਵਿੱਚ ਅੱਜ ਕੱਲ੍ਹ ਦੀਆਂ ਸੱਸਾਂ ਤੇ ਬਹੁਤ ਚੰਗੀਆਂ ਨੇ, ਕੁਝ ਸੱਸਾਂ ਇਹੋ ਜਿਹੀਆਂ ਨੇ ਜਿਹੜੇ ਅੱਜ ਵੀ ਦਾਜ ਪ੍ਰਥਾ ਦੇ ਕੇਸ ਆ ਰਹੇ ਨੇ। ਤਾਂ ਉਹ ਸੱਸ ਜਦੋਂ ਨੂੰਹ ਨੂੰ ਮਤਲਬ ਦਾਜ ਦੇ ਲਾਲਚ ਲਈ ਕਹਿੰਦੀ ਕਿ ਤੂੰ ਲਿਆ, ਤੇ ਉਹਨੂੰ ਸਾੜ ਵੀ ਦਿੱਤਾ ਜਾਂਦਾ ਹੈ, ਜਾਂ ਉਹਨੂੰ ਨੂੰਹ ਨੂੰ ਵੈਸੇ ਵੀ ਤੰਗ ਕੀਤਾ ਜਾਂਦਾ ਹੈ, ਤਾਂ ਉਹਦੇ ਵਿੱਚ ਕੌਣ ਦੁਸ਼ਮਣ ਹੋਇਆ? ਔਰਤ ਹੀ। ਬਿਲਕੁਲ ਜੀ, ਔਰਤ ਹੀ ਦੁਸ਼ਮਣ ਹੈ। ਪਰ ਜੇ ਅਸੀਂ ਗੱਲ ਕਰੀਏ ਜੋ ਕਿ ਸਮਾਜ ਦੀ, ਤੇ ਜੋ ਕਿ ਸਮਾਜ ਦੇ ਵਿੱਚ ਮੀਡੀਆ ਤੇ ਸੋਸ਼ਲ ਮੀਡੀਆ, ਇਹਨਾਂ ਦੋਨਾਂ ਦਾ ਬਹੁਤ ਵੱਡਾ ਰੋਲ ਹੈ। ਕੀ ਲੱਗਦਾ ਹੈ ਕਿ ਕਿਹੋ ਜਿਹੀ ਭੂਮਿਕਾ ਨਿਭਾਉਂਦਾ ਹੈ ਸਾਡਾ ਮੀਡੀਆ ਤੇ ਸੋਸ਼ਲ ਮੀਡੀਆ? ਦੇਖੋ, ਮੀਡੀਆ ਤਾਂ ਬਹੁਤ ਵੱਡਾ ਰੋਲ ਨਿਭਾ ਰਿਹਾ, ਕਿਉਂਕਿ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ, ਐਜੂਕੇਸ਼ਨ ਮਿਲਦੀ ਹੈ, ਸਾਨੂੰ ਮਨੋਰੰਜਨ ਮਿਲਦਾ ਹੈ, ਦੈਨ ਐਵਰੀਥਿੰਗ। ਔਰ ਜਦੋਂ ਜਿਸ ਟੀਵੀ ਚੈਨਲ ਤੇ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ, ਜਿਵੇਂ ਆਪਣੇ ਡੀਡੀ ਤੋਂ ਹੈ, ਇੱਥੋਂ ਜਲੰਧਰ ਤੋਂ, ਸੱਚਮੁੱਚ ਇਹ ਪ੍ਰੋਗਰਾਮ ਜਿਹੜੇ ਹੁੰਦੇ ਨੇ ਆਪਾਂ ਪਰਿਵਾਰ 'ਚ ਬੈਠ ਕੇ ਦੇਖ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਕੋਈ ਅਸ਼ਲੀਲਤਾ ਨਹੀਂ, ਬਲਕਿ ਇਹਦੇ 'ਚ ਸਾਰੇ ਜਿਹੜੇ ਮਨੁੱਖ ਦੇ ਨਾਲ, ਜਿਹੜੀ ਜ਼ਿੰਦਗੀ ਦੇ ਨਾਲ ਜੁੜੇ ਸਾਰੇ ਸਰੋਕਾਰ, ਸਾਰੇ ਵਿਸ਼ੇ ਇਹਦੇ ਵਿੱਚ ਲਏ ਜਾਂਦੇ ਨੇ, ਵੱਖ-ਵੱਖ ਪ੍ਰੋਗਰਾਮਾਂ 'ਚ ਦਿਖਾਏ ਜਾਂਦੇ ਜੀ। ਬਿਲਕੁਲ। ਤੇ ਇਸੇ ਤਰ੍ਹਾਂ ਜੇ ਸੋਸ਼ਲ ਮੀਡੀਆ ਦੀ ਗੱਲ ਕਰਾਂ, ਕਿਉਂਕਿ ਉਹ ਸੋਸ਼ਲ ਮੀਡੀਆ ਦਾ ਵੀ ਅੱਜ ਕੱਲ੍ਹ ਬਹੁਤ ਜ਼ੋਰ ਹੈ। ਸਾਡੇ ਸੋਸ਼ਲ ਮੀਡੀਆ ਦੇ ਵੀ ਦੋ ਪੱਖ ਨੇ, ਇੱਕ ਹੈਗਾ ਵੇ ਸਕਾਰਾਤਮਕ, ਇੱਕ ਨਕਾਰਾਤਮਕ। ਅਗਰ ਸਕਾਰਾਤਮਕ ਦੀ ਗੱਲ ਕਰੀਏ ਤਾਂ ਜਿਵੇਂ ਆਪਣੇ ਵੀ ਹੁਣ ਅਖਬਾਰ 'ਚ ਆਏਗੀ ਤਾਂ ਦੂਜੇ ਦਿਨ ਖਬਰ ਆਏਗੀ, ਪਰ ਇੱਥੇ ਤਾਂ ਪਲ ਪਲ ਦੀ ਖਬਰ ਜਿਹੜੀ ਹੈ ਉਹ ਤੁਹਾਨੂੰ ਫਟ ਵਾਇਰਲ ਹੋ ਜਾਂਦੀ, ਪਤਾ ਲੱਗ ਜਾਂਦਾ ਵਾ। ਔਰ ਸੋਸ਼ਲ ਮੀਡੀਆ ਨੇ ਸਾਡੇ ਰਿਲੇਸ਼ਨ ਬਹੁਤ ਅੱਛੇ ਬਣਾਤੇ ਨੇ। ਸਪੈਸ਼ਲੀ ਜੇ ਮੈਂ ਔਰਤ ਦੀ ਗੱਲ ਕਰਾਂ, ਔਰਤ ਉਹ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਨ੍ਹਾਂ ਦੀ ਕੋਈ ਪਹਿਚਾਣ ਹੀ ਨਹੀਂ ਸੀ, ਅੱਜ ਉਹਨਾਂ ਦੀ ਮਿਊਜ਼ਿਕ ਦੀ, ਉਹਨਾਂ ਦੀ ਆਰਟ ਦੀ, ਉਹ ਜਦੋਂ ਵੀਡੀਓ ਕਰ ਰਹੀ, ਪੂਰੀ ਦੁਨੀਆ ਦੇਖ ਰਹੀ ਹੈ ਸਾਡੇ ਉਹਨਾਂ ਨੂੰ। ਔਰ ਔਰਤ ਦੇ ਲਈ ਹੈਸ਼ਟੈਗ ਪ੍ਰੋਗਰਾਮ ਆਇਆ, ਜਿਹਦੇ ਵਿੱਚ ਜੈਂਡਰ ਇਕੁਐਲਿਟੀ ਦੀ ਗੱਲ ਕੀਤੀ ਗਈ। ਔਰ ਕਿਹਾ ਕਿਸੇ ਸੈਲਫੀ ਵਿਦ ਡਾਟਰਸ, ਬੱਚਿਆਂ ਦੇ ਨਾਲ ਆਪਣੀਆਂ ਸੈਲਫੀਆਂ ਬਣਾ ਕੇ ਭੇਜੋ। ਇਸ ਤਰ੍ਹਾਂ ਬੜੇ ਸਾਰੇ ਪ੍ਰੋਗਰਾਮ ਨੇ ਜਿਹੜੇ ਔਰਤ ਨੂੰ ਐਮਪਾਵਰ ਕਰ ਰਹੇ ਨੇ। ਔਰ ਤੁਸੀਂ ਦੇਖੋ ਕਿ ਆਨਲਾਈਨ ਬਾਜ਼ਾਰ ਹੈ, ਲੜਕੀਆਂ ਜਿਊਲਰੀ ਵੇਚ ਰਹੀਆਂ ਨੇ, ਆਪਣੇ ਹਾਊਸ ਹੋਲਡ ਚੀਜ਼ਾਂ ਵੇਚ ਰਹੀਆਂ ਨੇ, ਕੱਪੜਾ ਵੇਚ ਰਹੀਆਂ ਨੇ, ਔਰ ਸਕਸੈਸਫੁਲ ਹੋ ਰਹੀਆਂ ਨੇ। ਜਦੋਂ ਕਈਆਂ ਆਦਮੀਆਂ ਦੇ ਜਿਹੜੇ ਬਿਜ਼ਨਸ ਠੱਪ ਹੋ ਚੁੱਕੇ ਸੀ, ਪਰ ਔਰਤ ਨੇ ਉਹਨਾਂ ਦਾ ਸਹਾਰਾ ਬਣਿਆ। ਬਿਲਕੁਲ ਜੀ, ਔਰਤ ਸਹਾਰਾ ਬਣੀ ਹੈ ਬਹੁਤ ਵਾਰੀ ਮਰਦਾਂ ਦਾ ਵੀ। ਪਰ ਜੇ ਮੈਂ ਤੁਹਾਡੇ ਕੋਲੋਂ ਸੁਨੇਹੇ ਦੇ ਰੂਪ ਦੇ ਵਿੱਚ ਇਹ ਜਾਣਨਾ ਚਾਹਾਂ, ਤੁਹਾਡਾ ਸੁਨੇਹਾ ਵੀ ਸਾਡੇ ਦਰਸ਼ਕਾਂ ਨੂੰ, ਤੇ ਨਾਲ ਦੇ ਨਾਲ ਕਿ ਕਿਹੋ ਜਿਹੀ ਜਾਗਰੂਕਤਾ ਦੇ ਲਈ ਕਦਮ ਚੱਕਣੇ ਚਾਹੀਦੇ ਤਾਂ ਕਿ ਮਰਦ, ਸਮਾਜ ਔਰਤ ਨੂੰ ਉਹਦੀ ਸਹੀ ਜਗ੍ਹਾ, ਉਹਦਾ ਸਹੀ ਮੁੱਲ, ਉਹਦਾ ਸਹੀ ਰੁਤਬਾ ਦੇਵੇ, ਤੇ ਉਹਦੇ ਲਈ ਜਾਗਰੂਕ ਕਿਵੇਂ ਕਰੀਏ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਕਹਾਂਗੀ ਕਿ ਔਰਤ ਨੂੰ ਤੁਸੀਂ ਵੱਧ ਤੋਂ ਵੱਧ ਸਿੱਖਿਅਤ ਕਰੋ, ਕਿਉਂਕਿ ਸਿੱਖਿਆ ਜਿਹੜੀ ਹੈ, ਪੁੱਤ ਪੜ੍ਹਾਇਆ ਸੁਧਰੇ ਆਪਣਾ ਹੀ ਖਾਨਦਾਨ, ਤੇ ਧੀ ਪੜ੍ਹਾਇਆ ਜਿਹੜਾ ਸੁਧਰੇ
ਆਦਮ ਦੀ ਸੰਤਾਨ। ਤੋ ਉਹ ਧੀਆਂ ਨੂੰ ਜ਼ਰੂਰ ਪੜ੍ਹਾਓ। ਉਹਨਾਂ ਦੇ ਵਿੱਚ ਘਰ ਦੇ ਵਿੱਚ ਤੁਸੀਂ ਉਹਨਾਂ ਦੇ ਪਾਲਣ ਪੋਸ਼ਣ ਵਿੱਚ, ਉਹਨਾਂ ਨੂੰ ਪੜ੍ਹਾਉਣ ਲਿਖਾਉਣ ਵਿੱਚ, ਉਹਨਾਂ ਨੂੰ ਸਿਹਤ ਦੀ ਸੰਭਾਲ ਵਿੱਚ, ਉਹਨਾਂ ਨੂੰ ਸਾਥੀ ਦੀ ਚੋਣ ਕਰਨ ਵਿੱਚ ਕੋਈ ਫਰਕ ਨਾ ਰੱਖੋ। ਜੋ ਬੰਦਸ਼ਾਂ ਅਸੀਂ ਲੜਕੇ ਲਈ ਲਗਾਉਂਦੇ ਹਾਂ ਉਹ ਲੜਕਿਆਂ ਲਈ ਲਗਾਉਂਦੇ, ਉਹ ਲੜਕਿਆਂ ਤੇ ਵੀ ਲਗਾਓ ਕਿਉਂਕਿ ਬਿਲਕੁਲ। ਇੱਕੋ ਜਿਹੀਆਂ ਹੋਣ। ਔਰ ਦੂਸਰੀ ਅਗਲੀ ਗੱਲ ਹੈਗੀ ਹੈ ਕਿ ਤੁਸੀਂ ਜਿਹੜੇ ਨੇ ਆਪਣਾ ਖਿਡੌਣੇ ਨੇ ਬੱਚਿਆਂ ਦੇ ਉਹ ਵੀ ਇੱਕੋ ਜਿਹੇ ਲਓ, ਕੋਈ ਜ਼ਿੰਮੇਵਾਰੀਆਂ ਕਰਦੀਆਂ ਇੱਕੋ ਜਿਹੀਆਂ ਦਿਓ ਕਿ ਰਸੋਈ ਦੀਆਂ ਜਾਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਨੇ। ਔਰ ਜਿਹੜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਦੋਂ ਆਪਾਂ ਔਰਤ ਤੇ ਉਹਨੂੰ ਬਰਾਬਰ ਰੱਖਾਂਗੇ ਬੇਟੇ ਨੂੰ ਤਾਂ ਬਹੁਤ ਕੁਝ ਅਸੀਂ ਅਚੀਵ ਕਰ ਸਕਦੇ ਹਾਂ, ਕਿਉਂਕਿ ਜਿਹੜੀਆਂ ਕੁੜੀਆਂ ਨੇ ਉਹ ਬੜੀਆਂ ਸਿੰਸੀਅਰ ਨੇ। ਅਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਸਿਖਾਈਏ, ਆਪਣੇ ਬੇਟਿਆਂ ਨੂੰ ਸੰਸਕਾਰ ਜਿਹੜੇ ਬੇਟਿਆਂ ਨੂੰ ਦਈਏ ਕਿ ਉਹ ਧੀਆਂ ਭੈਣਾਂ ਮਾਵਾਂ ਦੀ ਕਦਰ ਕਰਨ ਔਰ ਉਹ ਜਿਹੜਾ ਆਪਣਾ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਤਾਂ ਕਿ ਸਾਡੀਆਂ ਧੀਆਂ ਸਾਡੇ ਪੁੱਤਰ ਬਣ ਸਕਣ। ਅੱਜ ਜੋ ਗੈਂਗਸਟਰ ਕਲਚਰ ਹੈ ਜੋ ਉੱਤੇ ਕਿਤੇ ਨਾ ਕਿਤੇ ਮਾਂ-ਬਾਪ ਦਾ ਦੋਸ਼ ਹੈ। ਪਰ ਮਾਂ-ਬਾਪ ਜਿਹੜੀਆਂ ਲੜਕੀਆਂ ਨੂੰ ਜੁਡੋ ਕਰਾਟੋ ਮਾਰਸ਼ਲ ਆਰਟ ਵੀ ਸਿਖਾਉਣ ਔਰ ਕੋਸ਼ਿਸ਼ ਕਰੀਏ ਕਿ ਉਸ ਨੂੰ ਹਰ ਖੇਤਰ ਵਿੱਚ ਅਸੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਨੂੰ ਇੰਨੀ ਬਹੁਮੁੱਲੀ ਜਾਣਕਾਰੀ ਦਿੱਤੀ ਹੈ ਜੀ। ਔਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਗੱਲਾਂ ਤੇ ਗੀਤ ਨੂੰ ਇੱਥੇ ਖਤਮ ਕਰਨਾ ਚਾਹਾਂਗੇ। ਸੋਚ ਬਰਾਬਰ ਰੱਖੋ, ਸੋਚ ਅਗਾਂਹ ਵਧੂ ਰੱਖੋ। ਥੋੜੀ ਤੇ ਦਿਲ ਬਾਤੇ ਮੋਰਨੀ, ਥੋੜੀ ਉੱਤੇ ਦਿਲ ਤੇਰੀ ਬਾਤੇ ਮੋਰਨੀ ਨੀ, ਤੂੰ ਮੱਥੇ ਉੱਤੇ ਚੰਦ ਖੁਣਵਾਈ ਫਿਰਦੀ, ਮੱਥੇ ਉੱਤੇ ਚੰਦ ਖੁਣਵਾਈ ਫਿਰਦੀ ਨੀ ਬਣ ਜਾਰਨ ਕੁੜੀਏ, ਨੀ ਬਣ ਜਾਰਨ ਕੁੜੀਏ, ਉਹ ਬਣ ਜਾਰਨ ਕੁੜੀਏ, ਨੀਵਣ ਜਾਰਨ ਕੁੜੀਏ। ਇੱਕ ਕੱਜਲੇ ਦੀ ਤਾਰੀ ਦੂਜੀ ਰੁੱਤ ਟੂਣੇ ਹਾਰੀ, ਇੱਕ ਕੱਜਲੇ ਦੀ ਤਾਰੀ ਦੂਜੀ ਰੁੱਤ ਟੂਣੇ ਹਾਰੀ ਨੀ, ਤੂੰ ਹਾਸਿਆਂ 'ਚ ਬਿਜਲੀ ਛੁਪਾਈ ਫਿਰਦੀ, ਹਾਸਿਆਂ 'ਚ ਬਿਜਲੀ ਛੁਪਾਈ ਫਿਰਦੀ ਨੀ ਬਣ ਜਾਰਨ ਕੁੜੀਏ, ਨੀ ਬਣ ਜਾਰਨ ਕੁੜੀਏ, ਨੀ ਬਣ ਜਾਰਨ ਕੁੜੀਏ, ਨੀ ਬਣ ਜਾਰਨ ਕੁੜੀਏ। ਕੋਕਿਆਂ ਵਾਲੀ ਗੱਡੀ ਤੈਨੂੰ ਦਵੇ ਸੁਰਗ ਦਾ ਝੂਟਾ ਨੀ ਕੁੜੀਏ, ਦਵੇ ਸੁਰਗ ਦਾ ਝੂਟਾ। ਰੋਹੀ ਦੇ ਵਿੱਚ ਜੀਕਰ ਉੱਗਿਆ ਇੱਕ ਚੰਦਨ ਦਾ ਬੂਟਾ ਨੀ ਹੀਰੇ, ਇੱਕ ਚੰਦਨ ਦਾ ਬੂਟਾ ਨੀ, ਤੂੰ 100 ਵਾਰ ਖਾਵੇਂ ਨਾਗ ਜ਼ੁਲਫਾਂ ਬਣਾਵੇਂ, ਨੀ ਤੂੰ 100 ਵੜ ਖਾਵੇਂ ਨਾਗ ਜ਼ੁਲਫਾਂ ਬਣਾਵੇਂ, ਨੀ ਤੂੰ ਮੱਸਿਆਂ ਨੂੰ ਪੁੰਨਿਆ ਬਣਾਈ ਫਿਰਦੀ, ਮੱਸਿਆਂ ਨੂੰ